ਓਮ ਸ਼ਾਂਤੀ। ਗੁੱਡ ਮਾਰਨਿੰਗ। ਮਨ ਬੁੱਧੀ ਨੂੰ ਸਭ ਤਰਫ ਤੋਂ ਸਮੇਟ ਕੇ ਆਪਣੇ ਆਪ ਨੂੰ ਦੇਖਦੇ, ਆਪਣੇ ਸੁੰਦਰ ਦਿਵੇ ਚਮਕੀਲੇ ਸਰੂਪ ਨੂੰ ਅਨੁਭਵ ਕਰਦੇ ਕਿ ਮੈਂ ਇੱਕ ਪਵਿੱਤਰ ਆਤਮਾ ਹਾਂ, ਪਰਮਪਿਤਾ ਪਰਮਾਤਮਾ ਦੀ ਸੰਤਾਨ, ਪਰਮਪਿਤਾ ਪਰਮਾਤਮਾ ਦੁਆਰਾ ਚੁਣੀ ਹੋਈ ਵਿਸ਼ੇਸ਼ ਆਤਮਾ ਹਾਂ। ਮੇਰਾ ਆਤਮਾ ਦਾ ਇਸ ਸ੍ਰਿਸ਼ਟੀ ਤੇ ਵਿਸ਼ੇਸ਼ ਪਾਰਟ ਹੈ। ਮੈਂ ਆਤਮਾ ਨੇ ਜਦੋਂ ਇਹ ਸਾਰਾ 84 ਜਨਮਾਂ ਦਾ ਚੱਕਰ ਪੂਰਾ ਕੀਤਾ ਤੇ ਸਵੈ ਨਿਰਾਕਾਰ ਪਿਤਾ ਪਰਮਾਤਮਾ ਨੇ ਆ ਕੇ ਸਾਨੂੰ ਆਪਣਾ ਬਣਾਇਆ, ਸਾਨੂੰ ਸਾਡਾ ਪਰਿਚੈ ਦਿੱਤਾ, ਆਪਣਾ ਪਰਿਚੈ ਦਿੱਤਾ ਤੇ ਸਾਨੂੰ ਫਿਰ ਤੋਂ ਮਾਨਸ ਤੋਂ ਦੇਵਤਾ ਬਣਾਉਣ ਦੀ ਪੜ੍ਹਾਈ ਪੜ੍ਹਾ ਰਹੇ। ਤੇ ਸਾਨੂੰ ਵੀ ਜਿਸ ਦਿਨ ਤੋਂ ਪਿਤਾ ਪਰਮਾਤਮਾ ਦੀ ਪਹਿਚਾਣ ਹੋਈ, ਅਸੀਂ ਵੀ ਉਸ ਨੂੰ ਪਹਿਚਾਣ ਕੇ ਪੂਰਾ ਨਿਸ਼ਚੈ ਕੀਤਾ ਕਿ ਇਹੀ ਸਾਡਾ ਪਿਤਾ ਆ ਤੇ ਅਸੀਂ ਆਤਮਾਵਾਂ ਆ। ਅਸੀਂ ਸਤਿਯੁਗ ਵਿੱਚ ਦੇਵਤਾ ਸੀ ਤੇ ਅਸੀਂ ਪਰਮਧਾਮ ਤੋਂ ਆਏ ਹੋਏ ਹਾਂ। ਇਸ ਸ੍ਰਿਸ਼ਟੀ ਤੇ ਅਸੀਂ ਮੁਸਾਫਿਰ ਹਾਂ ਤੇ ਹੁਣ ਸਾਡੀ 5000 ਵਰਸ਼ ਦੀ ਮੁਸਾਫਰੀ ਪੂਰੀ ਹੋਈ। ਫਿਰ ਤੋਂ ਅਸੀਂ ਇਹ ਸਾਰੀ ਯਾਤਰਾ ਸ਼ੁਰੂ ਕਰਨੀ, ਲੇਕਿਨ ਉਸ ਤੋਂ ਪਹਿਲਾਂ ਜੋ ਵੀ ਸਾਰੀ ਯਾਤਰਾ ਦਾ ਅਸੀਂ ਇੱਥੇ ਬਾਹਰਲਾ ਪਰ ਲਿਆ, ਉਸ ਤੋਂ ਮੁਕਤ ਹੋਣਾ ਤੇ ਉਸ ਤੋਂ ਮੁਕਤ ਕਰਨ ਵਾਲਾ ਮੁਕਤੀ ਜੀਵਨ ਮੁਕਤੀ ਦਾਤਾ ਪਤਿਤ ਪਾਵਨ ਇੱਕ ਪਰਮਾਤਮਾ, ਜੋ ਇੱਕ ਸਮੇਂ ਆ ਕੇ ਇੱਕ ਜੈਸੀ ਨੌਲੇਜ ਸਭ ਨੂੰ ਦਿੰਦਾ ਤੇ ਅਸੀਂ ਉਸ ਤੇ ਚੱਲ ਕੇ ਆਪਣਾ ਜਨਮਾਂ ਜਨਮਾਂਤਰਾਂ ਦਾ ਸੁਧਾਰ ਕਰਦੇ ਤੇ ਆਪਣੇ ਜੋ ਅਸੀਂ ਸਨਮਾਨ ਤੋਂ ਉੱਤਰ ਗਏ ਸੀ 2 ਯੁਗਾਂ ਤੋਂ, ਫਿਰ ਤੋਂ ਆਪਣੇ ਸਨਮਾਨ ਦੀ ਸਾਨੂੰ ਸੀਟ ਮਿਲਦੀ ਕਿ ਜਦੋਂ ਤੋਂ ਆਪਣੇ ਸਨਮਾਨ ਤੋਂ ਉਤਰੇ, ਕਿੰਨਾ ਬੁੱਧੀ ਨੂੰ ਪਟਕਾਇਆ ਕਿ ਆਤਮਾ ਨੂੰ ਸਨਮਾਨ ਚਾਹੀਦਾ ਕਿਉਂਕਿ ਆਤਮਾ ਸਨਮਾਨਧਾਰੀ ਆ, ਲੇਕਿਨ ਆਪਣੇ ਨੂੰ ਭੁੱਲਣ ਕਰਕੇ ਉਹ ਸਨਮਾਨ ਬਾਹਰ ਦੇਖਦੇ ਰਹੇ ਤੇ ਉਸ ਸਨਮਾਨ ਦੀ ਪੂਰਤੀ ਲਈ ਅਸੀਂ 2 ਯੁੱਗ ਲਗਾਏ, ਜਿਸ ਦੇ ਨਾਲ ਬਾਹਰ ਤੋਂ ਸਰੀਰ ਦਾ ਮਾਨ ਸ਼ਾਨ ਬਹੁਤ ਇਕੱਠਾ ਕਰ ਲਿਆ ਸਭ ਤਰਫ ਤੋਂ, ਲੇਕਿਨ ਫਿਰ ਵੀ ਆਤਮਾ ਪਿਆਸੀ ਆ, ਇੱਕ ਖੋਜ ਵਿੱਚ ਆ, ਕਿਉਂਕਿ ਉਹ ਜੋ ਸਰੀਰ ਦੇ ਪਦ ਪੋਜੀਸ਼ਨਾਂ ਦੇ ਰੋਲ ਦੇ ਮਾਨ ਸ਼ਾਨ ਮਿਲ ਰਹੇ ਸੀ, ਉਹ ਆਤਮਾ ਦੇ ਨਿਗੇ, ਉਹ ਸਰੀਰ ਦੇ ਰੋਲ ਆ, ਪਦ ਪੋਜੀਸ਼ਨਾਂ ਆ। ਆਤਮਾ ਦਾ ਜੋ ਸਨਮਾਨ ਆ, ਉਹ ਆਤਮਾ ਦਾ ਸਨਮਾਨ ਆ, ਆਤਮਾ ਸੰਪੂਰਨ ਪਵਿੱਤਰ ਆ। ਤੇ ਜਿੰਨਾ ਇਹ ਬਾਹਰ ਤੋਂ ਸਰੀਰ ਦਾ ਮਾਣ ਸਾਨੂੰ ਮਿਲਦਾ ਗਿਆ, ਇਹ ਸਾਡੇ ਸਨਮਾਨ ਨੂੰ, ਅਸਲੀ ਸਨਮਾਨ ਨੂੰ ਹੋਰ ਨੀਚੇ ਕਰਦਾ ਗਿਆ, ਕਿਉਂਕਿ ਉਹਨਾਂ ਦੇ ਅਭਿਮਾਨ ਵੱਧਦਾ ਗਿਆ ਤੇ ਇਹ ਦੇਵਮਾਨ ਜੜਿਆ ਵਿਕਾਰਾਂ ਦੀ, ਜਿਸ ਨੇ ਆਤਮਾ ਨੂੰ ਪਤਿਤ ਬਣਾ ਦਿੱਤਾ ਤੇ ਆਪਣੇ ਸਨਮਾਨਾਂ ਤੋਂ ਅਸੀਂ ਕਿੰਨਾ ਗਿਰਦੇ ਗਏ। ਜਿੰਨੀਆਂ ਬਾਹਰ ਤੋਂ ਪ੍ਰਾਪਤੀਆਂ, ਉਹਨਾਂ ਹੀ ਅੰਦਰ ਆਤਮਾ ਖਾਲੀ ਹੁੰਦੀ ਗਈ। ਬਾਹਰ ਬੁੱਧੀ ਦਾ ਵਿਸਥਾਰ ਕਰਦੇ ਗਏ ਤੇ ਆਪਣੇ ਆਪ ਤੋਂ ਦੂਰ ਹੁੰਦੇ ਗਏ। ਹੁਣ ਪਿਤਾ ਪਰਮਾਤਮਾ ਨੇ ਆ ਕੇ ਸਾਨੂੰ ਆਪਣਾ ਬਣਾਇਆ, ਸਾਨੂੰ ਇੰਨਾ ਸਨਮਾਨ ਦਿੱਤਾ, ਭਾਵੇਂ ਅਸੀਂ ਕਿਸ ਤਰ੍ਹਾਂ ਦੇ ਵੀ ਬਣ ਗਏ, ਹਰ ਰੋਜ਼ ਸਾਨੂੰ ਇੰਨਾ ਮਾਣ ਦਿੰਦਾ ਕਿ ਕਹਿੰਦਾ ਮਿੱਠੇ ਬੱਚੇ ਨਮਸਤੇ, ਤੇ ਅਨਕੰਡੀਸ਼ਨਲ ਐਕਸੈਪਟੈਂਸ, ਅਨਕੰਡੀਸ਼ਨਲ ਉਸ ਦਾ ਪਿਆਰ ਸਾਨੂੰ ਫਿਰ ਤੋਂ ਇੰਨੀ ਤਾਕਤ ਭਰ ਦਿੰਦਾ ਕਿ ਅਸੀਂ ਆਪਣੇ ਗੁਣਾ ਸ਼ਕਤੀਆਂ ਵਿੱਚ ਦੁਬਾਰਾ ਸਥਿਤ ਹੁੰਦੇ ਤੇ ਜਦੋਂ ਆਪਣੇ ਗੁਣਾ ਸ਼ਕਤੀਆਂ ਨੂੰ ਟੇਸਟ ਕਰਦੇ ਤੇ ਅਸੀਂ ਮਹਿਸੂਸ ਕਰਦੇ ਜੋ ਵੀ ਬਾਹਰ ਲਾਇਆ ਇਹ ਸਭ ਕੁਝ ਸਰੀਰ ਦਾ ਆ ਤੇ ਸਰੀਰ ਵਿਨਾਸ਼ੀ ਆ, ਸਰੀਰ ਦੇ ਖਤਮ ਹੋਣ ਨਾਲ ਉਹ ਸਭ ਕੁਝ ਸਮਾਪਤ ਹੋਣ ਵਾਲਾ, ਲੇਕਿਨ ਆਤਮਾ ਅਜਰ ਅਮਰ ਅਬਿਨਾਸ਼ੀ ਆ। ਜੋ ਆਤਮਾ ਦਾ ਆ ਉਹ ਸਾਡੇ ਕੋਲ ਆ ਤੇ ਸਦਾ ਸਾਡਾ ਆ। ਇਸ ਸਮ੍ਰਿਤੀ ਵਿੱਚ ਉੜ ਚੱਲਦੇ ਉੱਪਰ 5 ਤੱਤਾਂ ਦੀ ਦੁਨੀਆ ਤੋਂ ਪਰੇ ਆਪਣੇ ਘਰ ਪਰਮਧਾਮ ਵਿੱਚ ਆਉਂਦੇ, ਸਾਹਮਣੇ ਦੇਖਦੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ, ਆਗਿਆ ਲੈਂਦੇ ਅੱਜ ਦਾ ਆਪਣਾ ਸੈਸ਼ਨ ਸ਼ੁਰੂ ਕਰਨੇ ਦੀ ਤੇ ਵਾਪਸ ਲੌਟ ਚੱਲਦੇ ਨੀਚੇ 5 ਤੱਤਾਂ ਦੀ ਸ੍ਰਿਸ਼ਟੀ ਤੇ ਗਿਆਨ ਸੂਰੀਏ ਪਿਤਾ ਦੇ ਗਿਆਨ ਦੀਆਂ ਕਿਰਨਾਂ ਫੈਲਾਉਂਦੇ ਹੋਏ ਵਾਪਸ ਆਪਣੇ ਮਸਤਕ ਦੇ ਵਿੱਚ ਆ ਕੇ ਮੈਂ ਆਤਮਾ ਬਿਰਾਜਮਾਨ ਹੁੰਦੀ। ਇਹ ਸਾਡਾ ਅਕਾਲ ਤਖਤ ਆ, ਸਾਡਾ ਰਾਜ ਸਿੰਘਾਸਨ ਆ, ਇੱਥੇ ਬੈਠ ਕੇ ਹਰ ਕਰਮਿੰਦਰੀ ਨੂੰ ਅਸੀਂ ਚਲਾਉਂਦੇ
ਅਸੀਂ ਸਵਰਾਜੇ ਅਧਿਕਾਰੀ ਆਤਮਾ, ਵਿਸ਼ਵ ਰਾਜੇ ਅਧਿਕਾਰੀ ਆਤਮਾਵਾਂ ਆ। ਇਸ ਸਮ੍ਰਿਤੀ ਵਿੱਚ ਬੈਠ ਕੇ ਆਪਣੇ ਪਿਤਾ ਪਰਮਾਤਮਾ ਦੇ ਮਹਾਵਾਕੇ ਸੁਣਦੇ। ਅੱਜ ਦੀ ਆਪਣੀ ਮੁਰਲੀ ਆ December 13th 2023 प्रात मुरली। ओम शांति। बाप दादा मधुबन। बाबा बोले, मीठे बच्चे, तुम्हारा रूहानी योग है एवर प्योर बनने के लिए, क्योंकि तुम पवित्रता के सागर से योग लगाते हो, पवित्र दुनिया स्थापन करते हो। कलयुगी दुनिया नाल प्रीत लगाई, बुद्धि लगाई, तो बुद्धि कलयुगी बन गई, विकारी बन गई। ਹੁਣ ਸਾਡਾ ਪਿਤਾ ਆ ਕੇ ਜੋ ਐਵਰ ਪਿਓਰ ਆ, ਪਤਿਤ ਪਾਵਨ ਆ, ਪਵਿੱਤਰਤਾ ਦਾ ਸਾਗਰ ਆ, ਜਿੰਨਾ ਮਨ ਬੁੱਧੀ ਨੂੰ ਸੰਸਾਰ ਤੋਂ ਹਟਾ ਕੇ ਉਹਦੇ ਨਾਲ ਲਗਾਉਂਦੇ, ਉਨਾ ਹੀ ਸਾਡੀ ਬੁੱਧੀ ਪਿਓਰ ਹੁੰਦੀ ਜਾਂਦੀ। ਕਿਉਂਕਿ ਜਿਸ ਦੇ ਕੋਲ ਬੈਠੋਗੇ ਉਸ ਦੇ ਸੰਗ ਦਾ ਰੰਗ ਚੜ੍ਹਦਾ ਨਾ। ਸਾਨੂੰ ਸੱਤ ਪਿਤਾ ਦਾ ਸੰਗ ਮਿਲਿਆ ਤੇ ਉਹਦੇ ਸੰਗ ਦੇ ਰੰਗ ਵਿੱਚ ਅਸੀਂ ਰੰਗ ਗਏ। ਉਹ ਪਵਿੱਤਰਤਾ ਦਾ ਸਾਗਰ ਆ। ਤੇ ਜੋ ਆਪਾਂ ਕਹਿੰਦੇ ਗਿਆਨਮਾਨ ਸਰੋਵਰ ਵਿੱਚ ਡੁਬਕੀ ਲਗਾ ਕੇ ਸੁੰਦਰ ਗਿਆਨ ਪਰੀਆਂ ਬਣ ਗਏ। ਯੋਗ ਲਗਾਤੇ ਹੋ, ਪਵਿੱਤਰ ਦੁਨੀਆ ਸਥਾਪਨ ਕਰਤੇ ਹੋ। ਜਦੋਂ ਆਤਮਾਵਾਂ ਅਸੀਂ ਪਵਿੱਤਰ ਬਣ ਜਾਂਦੀਆਂ, ਸਾਡੀਆਂ ਵਾਈਬ੍ਰੇਸ਼ਨਸ ਨੇ ਪੰਜ ਤੱਤ ਪਿਓਰ ਬਣ ਜਾਂਦੇ, ਸਾਰੀ ਸ੍ਰਿਸ਼ਟੀ ਪਾਵਨ ਬਣ ਜਾਂਦੀ। प्रश्न, निश्चय बुद्धि बच्चों को पहले पहले कौन सा निश्चय पक्का होना चाहिए, उस निश्चय की निशानी क्या होगी? उत्तर, हम एक बाप के बच्चे हैं, बाप से हमको दैवी स्वराज्य मिलता है। ये पहले पहले पक्का निश्चय चाहिए। ਆਪਾਂ ਨੂੰ ਕਦੋਂ ਇਹ ਨਿਸ਼ਚੈ ਹੋਊਗਾ ਵੀ ਅਸੀਂ ਇੱਕ ਬਾਪ ਦੇ ਬੱਚੇ ਆ। ਸਰੀਰਾਂ ਦੇ ਆਧਾਰ ਤੇ ਤਾਂ ਜੇ ਆਪਾਂ ਦੇਹ ਦੇਖਾਂਗੇ ਤਾਂ ਆਪਾਂ ਨੂੰ ਕਦੀ ਇਹ ਮਹਿਸੂਸ ਹੋ ਹੀ ਨਹੀਂ ਸਕਦਾ। ਜਦੋਂ ਆਪਾਂ ਦੇਹ ਸਮਝਦੇ ਆ ਤਾਂ ਦੇਹ ਦੇ ਹਿਸਾਬ ਨਾਲ ਤਾਂ ਆਪਾਂ ਕਿੰਨੀਆਂ ਹੱਦਾਂ ਲਾਈਆਂ ਆ, ਕਿੰਨੇ ਲਿਮਿਟਿਡ ਬੁੱਧੀ, ਕਿੰਨੀ ਛੋਟੀ ਸੋਚ ਕੀਤੇ ਆ। ਜੇ ਆਤਮਾ ਨਿਸ਼ਚੈ ਕਰਾਂਗੇ ਫੇਰ ਹੀ ਨਿਸ਼ਚੈ ਹੁੰਦਾ ਕਿ ਸਾਡਾ ਪਿਤਾ ਪਰਮਾਤਮਾ, ਅਸੀਂ ਸਾਰਿਆਂ ਦਾ ਬਾਪ ਇੱਕ ਆ ਤੇ ਉਹ ਪਰਮ ਪਿਤਾ ਪਰਮਾਤਮਾ। बाबा कहते जे पहला पहला ये पक्का निश्चय होवे, निश्चय हुआ तो फौरन बुद्धि में आएगा कि हमने जो भक्ति की है वह अब पूरी हुई, अब स्वयं भगवान हमें मिला है। निश्चय बुद्धि बच्चे ही वारिस बनते हैं। ਜਦੋਂ ਪਹਿਲਾਂ ਸਾਨੂੰ ਆਪਣਾ ਪਰਿਚੈ ਮਿਲਿਆ ਕਿ ਮੈਂ ਆਤਮਾ ਆ, ਇਹ ਨਿਸ਼ਚੈ ਹੋਇਆ ਮੇਰਾ ਪਿਤਾ ਪਰਮਾਤਮਾ ਆ, ਤੇ ਫਿਰ ਆਪਾਂ ਨੂੰ ਇਹ ਨਿਸ਼ਚੈ ਹੋਇਆ ਕਿ ਸਾਨੂੰ ਸਾਡੀ ਭਗਤੀ ਦਾ ਫਲ ਮਿਲ ਗਿਆ। ਭਗਤੀ ਕਾਹਦੇ ਲਈ ਕਰਦੇ ਆ? ਪਰਮਾਤਮਾ ਮਿਲੇ। ਭਾਵੇਂ ਭਗਤੀ ਵਿੱਚ ਇਹ ਕਹਿ ਦਿੱਤਾ ਕਿ ਪਰਮਾਤਮਾ ਨੂੰ ਕਦੀ ਮਿਲਿਆ ਨਹੀਂ ਜਾ ਸਕਦਾ, ਪਰ ਹਰ ਆਤਮਾ ਉਹਨੂੰ ਬਿਲੋਂਗ ਕਰਦੀ ਆ। ਹਰ ਆਤਮਾ ਦੀ ਜਿਹੜੀ ਅੰਦਰ ਤ੍ਰਿਸ਼ਨਾ ਆ ਉਹ ਹੈ ਤਾਂ ਪਰਮਾਤਮਾ ਨੂੰ ਮਿਲਣ ਦੀ, ਕਿਉਂਕਿ ਉਹਦੀ ਪੂਰਤੀ ਉਹਦੇ ਤੋਂ ਹੋਣੀ ਆ। ਜਿੱਦਾਂ ਮਛਲੀ ਨੂੰ ਪਾਣੀ ਤੋਂ ਬਾਹਰ ਰੱਖ ਕੇ ਭਾਵੇਂ ਉਹਨੂੰ ਕਿੰਨਾ ਵੀ ਹੋਰ ਕੁਝ ਖਿਲਾਈ ਜਾਓ, ਪਰ ਜਿੰਨਾ ਚਿਰ ਉਹ ਪਾਣੀ 'ਚ ਵਾਪਸ ਨਹੀਂ ਜਾਂਦੀ ਉਹਨਾਂ ਚਿਰ ਉਹਦੀ ਲਾਈਫ ਨਹੀਂ। ਪਰ ਇੱਦਾਂ ਹੀ ਅਸੀਂ ਇੱਥੇ ਆ ਕੇ ਇਹ ਡਰਾਮਾ ਆ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਤੇ, ਭਾਵੇਂ ਕਿੰਨੇ ਵੀ ਸਰੀਰ ਬਦਲੇ, ਕਿੰਨਾ ਕੁਝ ਸਾਨੂੰ ਸਰੀਰਾਂ ਵਿੱਚ ਪ੍ਰਾਪਤੀਆਂ ਹੋਈਆਂ, ਕਿੰਨੇ ਸੰਬੰਧ ਵੀ ਮਿਲੇ, ਕਿੰਨਾ ਕੁਝ ਸਭ ਕੁਝ ਬਾਹਰ ਤੋਂ ਮਿਲਿਆ, ਮਾਨ ਸ਼ਾਨ ਵੀ ਮਿਲਿਆ ਹੋਊਗਾ, ਪਰ ਆਤਮਾ ਦੀ ਪੂਰਤੀ ਨਹੀਂ ਹੋਈ। ਕਿਉਂ? ਕਿਉਂਕਿ ਆਤਮਾ ਨੂੰ ਉਹ ਨਹੀਂ ਚਾਹੀਦਾ ਜੋ ਬਾਹਰ ਤੋਂ ਆ, ਉਹ ਤਾਂ ਸਰੀਰ ਦੀਆਂ ਲੋੜਾਂ ਆ। ਤਾਂ ਕਰਕੇ ਆਤਮਾ ਜਦੋਂ ਭਗਤੀ ਆਪਾਂ ਕਰਦੇ ਆ, ਪਰਮਾਤਮਾ ਨੂੰ ਯਾਦ ਕਰਦੇ, ਭਾਵੇਂ ਉਸ ਭਗਤੀ ਵਿੱਚ ਆਪਾਂ ਸਰੀਰ ਦੇ ਲਈ ਮੰਗਦੇ ਆ ਜੋ ਵੀ ਕੁਛ ਆ, ਪਰ ਤਾਂ ਮੰਗਦੇ ਆ ਕਿਉਂਕਿ ਪਤਾ ਨਹੀਂ ਸਾਨੂੰ ਚਾਹੀਦਾ ਕੀ ਆ, ਸਾਡੀ ਤ੍ਰਿਪਤੀ ਕਿਹਦੇ ਨਾਲ ਹੋਵੇ। ਤੇ ਹੁਣ ਜਦੋਂ ਆਪਾਂ ਨੂੰ ਪਤਾ ਲੱਗਿਆ ਆ ਪਰਮਾਤਮਾ ਤੋਂ ਸੁੱਖ ਜਿਹੜਾ ਉਹ ਸਾਨੂੰ ਟੇਸਟ ਹੁੰਦਾ, ਹੁਣ ਸਾਨੂੰ ਸਮਝ ਆਉਂਦਾ ਅੰਦਰ ਕਿ ਨਿਸ਼ਚੈ ਹੁੰਦਾ ਆ ਕਿ ਸਾਨੂੰ ਸਾਡੀ ਭਗਤੀ ਦਾ ਫਲ ਮਿਲਿਆ। ਮਤਲਬ ਜੋ ਅਸੀਂ ਚਾਹੁੰਦੇ ਸੀ, ਜੋ ਆਤਮਾ ਨੂੰ ਚਾਹੀਦਾ ਸੀ, ਉਹ ਸਾਨੂੰ ਮਿਲ ਗਿਆ। ਨਿਸ਼ਚੈ ਬੁੱਧੀ ਹੀ ਵਾਰਿਸ ਬਣਦੇ ਹੈ। ਜਦੋਂ ਸਾਨੂੰ ਇਹ ਨਿਸ਼ਚੈ ਹੋ ਜਾਂਦਾ ਇਹ ਸਾਡਾ ਪਿਤਾ ਆ ਤਾਂ ਪਿਤਾ ਤੋਂ ਤਾਂ ਵਰਸਾ ਮਿਲਣਾ ਹੀ ਆ ਬੱਚਿਆਂ ਨੂੰ, ਬੱਚਿਆਂ ਦਾ ਹੱਕ ਆ ਸਾਡਾ। ਗੀਤ, ਉਹ ਦੂਰ ਕੇ ਮੁਸਾਫਿਰ ਹਮੇ ਵੀ ਸਾਥ ਲੈ ਚਲ, ਹਮ ਰਹਿ ਗਏ ਅਕੇਲੇ। ਆਤਮਾ ਕਹਿੰਦੀ ਪਰਮਾਤਮਾ ਨੂੰ। ओम शांति। बाप बैठ बच्चों को समझाते हैं दूर के मुसाफिर तो सब हैं। ਆਪਾਂ ਵੀ ਦੂਰ ਦੇ ਮੁਸਾਫਿਰ ਆ। ਆਪਾਂ ਪਰਮਾਤਮਾ ਨੂੰ ਕਹਿੰਦੇ ਕਿਉਂਕਿ ਪਰਮਾਤਮਾ ਕਲਪ ਦੇ ਐਂਡ ਤੇ ਆਇਆ, ਪਰ ਆਪਾਂ ਵੀ ਬਿਗਿਨਿੰਗ 'ਚ ਦੂਰ ਤੋਂ ਹੀ ਆਏ ਆ, ਪਰਮ ਧਾਮ ਤੋਂ ਉਤਰੀ ਆਤਮਾ।
ਜਦੋਂ ਸਤਯੁਗ 'ਚ ਪਹਿਲਾਂ ਆਏ, ਫਿਰ ਇੱਥੇ ਆਪਾਂ ਆ ਕੇ ਆਪਣਾ ਚੱਕਰ ਪੂਰਾ ਕਰਦੇ ਹਾਂ। सब आत्माएं दूर से दूर परम धाम की रहने वाली है, ये भी शास्त्रों में है। आत्मा दूर रहती है जहां सूर्य चांद की रोशनी नहीं रहती। सूरज चांद सितारे तो थल्ले रह जाते आ, ये तो उत्तों भी पार दूर, बहुत दूर परम धाम है। मूल वतन और सूक्ष्म वतन में कोई ड्रामा नहीं है। मूल वतन परम धाम, निराकारी दुनिया जिथे शरीर नहीं, ਤੇ ਜਦੋਂ ਸਰੀਰ ਰੂਪੀ ਕਾਸਟਿਊਮ ਨਹੀਂ ਸਾਡੇ ਕੋਲ, ਤਾਂ ਉੱਥੇ ਕੋਈ ਡਰਾਮਾ ਵੀ ਨਹੀਂ। ਉੱਥੇ ਆਤਮਾ ਆਪਣੇ ਸ਼ਾਂਤ ਸਰੂਪ ਵਿੱਚ ਸਥਿਤ ਆ। ਫਿਰ ਨੀਚੇ ਆ ਸੂਖਸ਼ਮ ਵਤਨ, ਫਰਿਸ਼ਤਿਆਂ ਦੀ ਦੁਨੀਆ, ਆਕਾਰੀ ਦੁਨੀਆ। ਉੱਥੇ ਕੀ ਆ, ਸੰਕਲਪਾਂ ਦੀ ਭਾਸ਼ਾ ਨਾਲ ਗੱਲ ਹੁੰਦੀ ਆ। ਸੂਖਸ਼ਮ ਸਰੀਰ ਆ, ਉੱਥੇ ਵੀ ਕੋਈ ਹੱਡੀ ਮਾਸ ਦਾ ਸਰੀਰ ਨਹੀਂ, ਉੱਥੇ ਫਿਰ ਕੋਈ ਡਰਾਮਾ ਨਹੀਂ। ਡਰਾਮਾ ਇਸ ਸਥੂਲ ਵਤਨ ਕਾ ਹੈ। ਇਹ ਆ ਸਰੀਰਾਂ ਦੀ ਦੁਨੀਆ, ਸਥੂਲ ਵਤਨ, 3rd ਫਲੋਰ। ਇੱਥੇ 5 ਤੱਤਾਂ ਦਾ ਸਾਨੂੰ ਕਾਸਟਿਊਮ ਮਿਲਦਾ, ਜਿਹੜਾ ਪਹਿਨ ਕੇ ਆਪਾਂ ਇਸ ਡਰਾਮਾ ਵਿੱਚ ਪਾਰਟ ਪਲੇ ਕਰਦੇ। ਜਿਸ ਕੋ ਹੀ ਮਨੁੱਖ ਸ੍ਰਿਸ਼ਟੀ ਕਹਾ ਜਾਤਾ ਹੈ, ਇਹਨੂੰ ਮਨੁੱਖ ਸ੍ਰਿਸ਼ਟੀ ਕਿਹਾ ਜਾਂਦਾ। मूल वतन और सूक्ष्म वतन में कोई 84 जन्मों का चक्कर नहीं है। चक्कर मनुष्य सृष्टि में दिखाया जाता है कि 5 तत्तां दी सृष्टि ते केवल ड्रामा चलदा खेल, बाकी होर किते नहीं चलदा। मनुष्य सृष्टि क्या चीज है, मनुष्य किसका बना हुआ है। मनुष्य में एक तो आत्मा है, दूसरा शरीर है। किस शरीर दा मनुष्य बनिया, एक तो आत्मा, दूसरा जो 5 तत्तां दा कास्ट्यूम पहने आ वो 5 तत्तां तो बनिया आ। 5 तत्तों का पुतला बनता है, उसमें आत्मा प्रवेश कर पाठ बजाती है। मां दे गर्भ विच जदों तैयार हो जाता है शरीर, उदों आत्मा आके प्रवेश करती है। तो दूर के वासी तो सब हैं, परंतु तुम निश्चय करते हो। मनुष्यों में निश्चय नहीं है। निश्चय क्यों नहीं है तो सच आ, सब नूं टच भी कर जाता। बुद्धि नूं ही इन्ना विस्तार विच कीता आ कि अपने आप नाल बैठण दा टाइम नहीं, अपने आप नूं देखण लई बुद्धि 1 सेकंड भी टिकाउण दा समय नहीं। बाप ने समझाया है, मुझे दूर देश का रहने वाला कहते हो, परंतु तुम सब आत्माओं का निवास स्थान एक है। पापा कहते तुसी मेरे बच्चे भी तो उत्थे ही रहण वाले आ, ओहो ही अपना सारियां दा निवास स्थान, तुसी भी दूर दे मुसाफिर आ। उस नाटक में जो पाठ बजाते हैं उसमें तो हर एक का अपना अपना घर होता है, वहां से आकर पाठ बजाते हैं। जहां तुम बच्चे समझते हो हम सब एक ही बाप के बच्चे हैं। दूजे जो हद दे ड्रामे आ, ਉਹਦੇ ਵਿੱਚ ਤਾਂ ਕੋਈ ਸ਼ਹਿਰ ਦਾ ਹੋਊਗਾ, ਹਰੇਕ ਦਾ ਆਪਣਾ ਆਪਣਾ ਘਰ ਹੋਊਗਾ। ਆਉਂਦੇ ਆ, ਐਕਟਿੰਗ ਕਰਦੇ ਆ, ਕਾਸਟਿਊਮ ਪਹਿਨਦੇ ਆ, ਜਦੋਂ ਕੰਮ ਪੂਰਾ ਹੋ ਜਾਂਦਾ ਉਹ ਕੱਪੜਾ ਉਤਾਰਦੇ ਆਪਣੇ ਆਪਣੇ ਘਰ ਚਲੇ ਜਾਂਦੇ ਆ। ਆਪਾਂ ਸਾਰੀਆਂ ਆਤਮਾਵਾਂ ਤਾਂ ਪਰਮ ਧਾਮ ਤੋਂ ਆਈਆਂ ਆ, ਤੇ ਇੱਥੇ ਆਪਾਂ ਦੇਹ ਰੂਪੀ ਕੱਪੜੇ ਪਹਿਨਦੇ ਆ, ਬਦਲਦੇ ਆ। ਪਰ ਜੋ ਅਸੀਂ ਆਤਮਾਵਾਂ, ਸਾਡਾ ਘਰ ਸਾਰੀਆਂ ਦਾ ਇੱਕ ਆ, ਕਿਉਂਕਿ ਪਰਮ ਧਾਮ ਤੋਂ ਆਇਆ ਤਾਂ ਪਿਤਾ ਇੱਕ ਆ। तुम बच्चे समझते हो, हम सब एक ही बाप के बच्चे हैं, एक ही घर परम धाम में रहने वाले हैं। एक घर तो आए, एक पिता दे बच्चे, एक परिवार है। वह है ब्रह्म महातत्व, ये है आकाश तत्व। ब्रह्म महातत्व परम धाम, निराकारी दुनिया, जिन्हों आपां कहने आ टॉप फ्लोर है ना। ते आकाश तत्व ते जो इत्थे सृष्टि दे आ तत्व, 5 तत्व इन्हां दे विच आ, पर इन्हां तो भी उपर आ जो साडा घर आ, जिथे कोई भी इत्थे दी चीज नहीं, पूरी तरह दे नाल पिता परमात्मा जिथे रहिंदे आ, दूर, बहुत दूर, इस सृष्टि दे 5 तत्तां दी दुनिया तो परे साडा घर आ, निराकारी दुनिया, ब्रह्म महातत्व। यहाँ पाठ बजाते हैं, रात दिन होता है, इसलिए सूर्य चांद भी हैं। ਇੱਥੇ ਤਾਂ ਦਿਨ ਰਾਤ ਦਾ ਸਾਈਕਲ ਚੱਲਦਾ ਆ, 24 ਘੰਟਿਆਂ ਦਾ, ਦਿਨ ਹੁੰਦੀ ਰਾਤ ਹੁੰਦਾ, सूरज ਹੁੰਦਾ, चांद ਹੁੰਦਾ। मूल वतन में तो दिन रात नहीं होता है, जे सूर्य चांद कोई देवता नहीं है, जे तो मांडवे को रोशन करने वाली बत्तियां हैं। दिन में सूर्य रोशनी देता है, रात में चांद की रोशनी होती है। अभी सब मनुष्य चाहते हैं मुक्ति धाम में जाएं। ਜਦੋਂ ਸਾਰੇ ਇੱਥੇ ਡਰਾਮਾ 'ਚ ਪਾਰਟ ਪਲੇ ਕਰਦੇ ਕਰਦੇ ਆਤਮਾਵਾਂ ਹੁਣ ਥੱਕ ਚੁੱਕੀਆਂ, ਫਿਰ ਕੀ ਕਹਿੰਦੀਆਂ, ਮੁਕਤੀ ਨੂੰ ਜਾਈਏ। ਆਪਣਾ ਘਰ ਚੇਤੇ ਆਉਂਦਾ ਆਤਮਾਵਾਂ ਨੂੰ। ਮੁਕਤੀ ਧਾਮ ਕੀ ਆ, ਪਰਮ ਧਾਮ, ਮੂਲ ਵਤਨ।
जानते हैं भगवान ऊपर में रहता है, भगवान को भी याद करेंगे, हे परम पिता परमात्मा, तो बुद्धि ऊपर चली जाएगी। ਸਾਰੇ ਉਹਨੂੰ ਉੱਪਰ ਵਾਲਾ ਕਹਿੰਦੇ ਆ ਤੇ ਨੀਲੀ ਛੱਤ ਵਾਲਾ ਕਈ ਵਾਰ ਕਹਿ ਦਿੰਦੇ ਆ। ਕੋਈ ਵੀ ਦੁੱਖ ਸੁੱਖ ਹੁੰਦਾ ਅਸੀਂ ਉੱਪਰ ਨੂੰ ਦੇਖਦੇ ਆ ਤੇ ਫਿਰ ਉਹਨੂੰ ਕੀ ਕਹਿੰਦੇ ਆ, ਧਰਤੀ ਤੇ ਆ ਜਾਏ ਦਾ ਮਤਲਬ ਉਹ ਉੱਪਰ ਰਹਿੰਦਾ ਆ। आत्मा समझती है परंतु अज्ञान छाया हुआ है। ये भी जानते हैं हम यहाँ के रहने वाले नहीं हैं। समझ भी आ जाती फिर भी अंदर अज्ञानता आ। पता भी ਅਸੀਂ ਇੱਥੇ ਦੇ ਰਹਿਣ ਵਾਲੇ ਨਹੀਂ, ਪਰ ਬੁੱਧੀ ਵਿੱਚ ਪੱਕਾ ਇੱਥੇ ਬਣਾ ਕੇ ਵੀ ਬੈਠੇ ਆ। ਸਭ ਕੁਝ ਇੱਥੇ ਲਈ ਕਰੀ ਜਾਂਦੇ ਆ। ਬੁੱਧੀ ਬਾਰ-ਬਾਰ ਇੱਥੇ ਹੀ ਭਟਕਦੀ ਰਹਿੰਦੀ ਆ। हमारा बाप वह है, मुख से ओ गॉड फादर कहते भी हैं, फिर कह देते हैं सब फादर हैं, गॉड सर्वव्यापी है। ਉਹਨੂੰ ਕਹਿੰਦੇ ਵੀ ਉਹ ਸਾਡਾ ਫਾਦਰ ਆ, ਉਹ ਗॉड ਫਾਦਰ ਕਹਿੰਦੇ ਵੀ ਆ, ਫਿਰ ਉਹਨੂੰ ਕੀ ਕਹਿ ਦਿੰਦੇ ਆ, ਉਹ ਸਰਵਵਿਆਪੀ ਆ ਕਿ ਕਣ ਕਣ ਵਿੱਚ ਆ। बच्चों को समझाया है सब तो फादर है नहीं, सब आत्माएं आपस में ब्रदर्स हैं कि आत्मावां आपस ਵਿੱਚ ब्रदर्स ਆ, लेकिन जो परमात्मा आ ਉਹ ਪਿਤਾ ਆ, ਉਹ ਇੱਕ ਆ। ਇਹ ਨਹੀਂ ਕਿ ਉਹ ਵੀ ਸਾਡੇ ਵਿੱਚ ਕਣ ਕਣ ਵਿੱਚ ਆ, ਤਾਂ ਫਿਰ ਉਹ ਪਿਤਾ ਕਿੱਦਾਂ ਹੋਇਆ ਜੇ ਉਹ ਸਾਡੇ ਵਿੱਚ ਵੀ ਆ। ਜਾਂ ਆਤਮਾ ਨੂੰ ਹੀ परमात्मा ਕਹਿ ਦਿੰਦੇ, ਆਤਮਾ ਹੀ ਪਿਤਾ ਕਿੱਦਾਂ ਹੋ ਸਕਦੀ ਆ, ਪਿਤਾ ਅਲੱਗ ਆ, ਆਤਮਾ ਅਸੀਂ ਬੱਚੇ ਆ। ये ना जानने कारण लड़ते झगड़ते रहते हैं, तुम आत्मा ही ब्रदर्स हो, एक बाप की संतान बने हो। ਜਦੋਂ ਸਾਨੂੰ ਇਹ ਨਹੀਂ ਪਤਾ ਅਸੀਂ ਆਤਮਾਵਾਂ ਆ, ਇੱਕੋ ਹੀ ਪਿਤਾ ਦੇ ਬੱਚੇ, ਇੱਕ ਘਰ ਤੋਂ ਆਏ ਆ, ਫਿਰ ਇੱਥੇ ਕਿੰਨੀਆਂ ਵੰਡੀਆਂ ਪਾ ਲਈਆਂ ਆ, ਕਿੰਨੇ ਲੜਾਈ ਝਗੜੇ ਆ। ਲਿਮਟਿਡ ਬੁੱਧੀ ਹੋਣ ਕਰਕੇ ਹੀ ਸਾਰੇ ਝਗੜੇ ਆ। निश्चय बुद्धि भी नंबरवार है, लौकिक संबंध में निश्चय रहता ही है कि बाप से वर्षा पाना है। लौकिक पिता तो भी शरीर ਦੇ ਪਿਤਾ ਤੋਂ ਬੱਚਿਆਂ ਨੂੰ ਇਹ ਨਿਸ਼ਚੈ ਹੁੰਦਾ ਆ ਨਾ ਕਿ ਜੋ ਬਾਪ ਦਾ ਉਹ ਸਾਡਾ ਆ, ਸਾਡਾ ਹੱਕ ਆ ਉਹਦੇ ਤੇ। यही बाप से माया घड़ी घड़ी मुंह फेर देती है, यहाँ यहाँ बाप से माया घड़ी घड़ी मुंह फेर देती है। लौकिक बाप ਵਿੱਚ ਕਿੰਨਾ ਨਿਸ਼ਚੈ ਹੁੰਦਾ ਆ ਕਿ ਸਾਨੂੰ ਉਹ ਤੋਂ ਵਰਸਾ ਮਿਲਣਾ ਹੀ ਆ, ਜੋ ਉਹਦਾ ਉਹ ਸਾਡਾ ਆ। ਬਾਬਾ ਕਹਿੰਦੇ ਪਰ ਇੱਥੇ ਬਾਪ ਤੋਂ ਘੜੀ ਘੜੀ ਮਾਇਆ ਕੀ ਆ, ਮੂੰਹ ਫੇਰ ਦਿੰਦੀ ਆ ਕਿ ਨਿਸ਼ਚੈ ਤੋੜ ਦਿੰਦੀ ਆ। सर्वशक्तिवान बाप के बनते हो तो माया भी सर्वशक्तिवान होकर लड़ती है। माया भी प्रबल, बाबा कहते पिता प्रबल आ तो माया भी प्रबल आ। बाबा कहते तुसी रुस्तम बनते आ तो माया भी रुस्तम होकर तुहाडा मुकाबला करदी आ। पुराने संस्कार सानू इन्नी छेती छड्डदे नहीं कि उन्होंने भी लगता है माया नू मेरे ग्राहक चली जा रहे आ। 5 विकारों पर जीत पाने की युद्ध है, जो साडा विकारी रूप आ। 5 ਵਿਕਾਰਾਂ ਦੇ ਸੰਸਕਾਰ ਬਣ ਗਏ ਆ, ਉਹਨਾਂ ਦੀ ਫਿਰ ਯੁੱਧ ਚੱਲਦੀ ਆ ਜਦੋਂ ਅਸੀਂ ਆਪਣੇ ਓਰੀਜਨਲ ਸਵਰੂਪ ਨੂੰ ਧਾਰਨ ਕਰਦੇ ਆ। ਜੋ ਸਾਡਾ ਇੱਥੇ ਅਸੀਂ ਐਕਵਾਇਰ ਕਰ ਲਿਆ, ਸਾਡੇ ਤੇ ਲੇਅਰਸ ਚੜ ਗਈਆਂ ਵਿਕਾਰ ਦੀਆਂ, ਦੇ ਅਭਿਮਾਨ ਦੀਆਂ, ਹੱਦ ਦੀਆਂ ਵਿੱਚ ਰਹਿਣ ਦੀਆਂ, ਉਹ ਸਾਨੂੰ ਇੰਨੀ ਛੇਤੀ ਛੱਡਦੀਆਂ ਨਹੀਂ। ਉਹ ਸਾਡੇ ਸੁਭਾਅ ਸੰਸਕਾਰ ਸਾਨੂੰ ਧੱਕਾ ਲਾਉਂਦੇ ਰਹਿੰਦੇ ਆ। ਉਹਨੂੰ ਹੀ ਮਾਇਆ ਕਹਿੰਦੇ ਆ। ਮਾਇਆ ਬਾਰ-ਬਾਰ ਆ ਕੇ ਬਹੁਤ ਤਰੀਕਿਆਂ ਦੇ ਨਾਲ ਮਿੱਠਾ ਬਣ ਕੇ, ਕਦੀ ਆਕਰਸ਼ਣਮਈ ਬਣ ਕੇ, ਬਾਬਾ ਕਹਿੰਦੇ ਹੁੰਦੇ ਕਲਯੁਗ ਵਿੱਚ ਵੀ ਬਹੁਤ ਰੌਣਕ ਆ, ਸਾਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦੀ ਆ ਮਾਇਆ। ਫਿਰ ਬਾਬਾ ਕਹਿੰਦੇ ਇਹੀ 5 ਵਿਕਾਰਾਂ ਨੂੰ ਜਿੱਤ ਪਾਉਣ ਦੀ ਤੁਹਾਡੀ ਯੁੱਧ ਆ। ਮਹਾਭਾਰਤ ਕੀ ਆ? ਮਹਾਭਾਰਤ ਕੋਈ ਬਾਹਰ ਨਹੀਂ ਹੋਈ ਸੀ। ਮਹਾਭਾਰਤ ਜੋ ਸਾਡੇ ਇੱਥੇ ਚੱਲਦੀ ਆ। ਸਾਨੂੰ ਅਸੀਂ ਕਿੰਨੇ ਜਨਮਾਂ ਤੋਂ ਉਸ ਬਿਲੀਵ ਸਿਸਟਮ ਨਾਲ ਜੀ ਰਹੇ ਆ, ਪਰ ਹੁਣ ਪਰਮਾਤਮਾ ਨੇ ਆ ਕੇ ਸਾਨੂੰ ਸੱਚ ਦੱਸਿਆ ਆ ਤੇ ਹੁਣ ਸਾਨੂੰ ਸਮ੍ਰਿਤੀ ਆਈ ਆ, ਅਵੇਅਰਨੈਸ ਆਈ ਆ ਤੇ ਅਸੀਂ ਉਸ ਸੱਚ ਵਿੱਚ ਟਿਕਣਾ ਚਾਹੁੰਦੇ ਆ। ਪਰ ਜੋ ਸਾਡੇ ਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਆ, ਸਾਡੇ ਸੰਸਕਾਰਾਂ ਵਿੱਚ ਮਾਇਆ ਬੜੀ ਹੋਈ ਆ, 5 ਵਿਕਾਰ ਬੜੇ ਹੋਏ ਆ, ਉਹ ਸਾਨੂੰ ਇੰਨੀ ਛੇਤੀ ਛੁੱਟਣ ਨਹੀਂ ਦਿੰਦੇ। युद्ध तो मशहूर है, बाकी शास्त्रों में जो कौरव पांडव दिखाए हैं वह बात है नहीं। कौरव पांडव कौन आ? ਅਸੀਂ ਆ ਪਾਂਡਵ ਜੋ ਨਿਸ਼ਚੈ ਬੁੱਧੀ ਆ, ਪਰਮਾਤਮਾ ਦੇ ਸਾਥੀ ਆ। ਤੇ ਕੌਰਵ ਕੌਣ ਆ? ਕੌਰਵ ਆ ਜੋ ਪਰਮਾਤਮਾ ਵਿੱਚ ਨਿਸ਼ਚੈ ਨਹੀਂ, ਜਿਨ੍ਹਾਂ ਨੂੰ ਨਾ ਬਾਬਾ ਕਹਿੰਦੇ ਹੁੰਦੇ ਆ ਇੱਕ ਪ੍ਰੀਤ ਬੁੱਧੀ ਆ, ਇੱਕ ਵਿਪਰੀਤ ਬੁੱਧੀ ਆ। ਤੇ ਬਾਬਾ ਕਹਿੰਦੇ ਹੁੰਦੇ ਜੋ ਨਿਸ਼ਚੈ ਬੁੱਧੀ ਆ ਉਹਨਾਂ ਦੀ ਵਿਜਈ ਆ। निश्चय बुद्धि विजयंती, विपरीत बुद्धि विनशंती। ये रावण के साथ युद्ध बड़ी भारी है। ਆਪਾਂ ਉਹ ਤਾਂ ਹੁਣ ਮਹਿਸੂਸ ਕਰਦੇ ਪ੍ਰੈਕਟੀਕਲ ਵਿੱਚ ਵੀ ਰਾਵਣ ਨਾਲ ਯੁੱਧ ਬੜੀ ਭਾਰੀ ਆ। ਕੀ ਅਸੀਂ ਪ੍ਰਤਿਗਿਆ ਕਰਦੇ, ਸਵੇਰ ਤੋਂ ਕਿੰਨਾ ਹੋਮਵਰਕ ਲੈਂਦੇ ਤੇ ਐਂਡ ਤੱਕ ਦਿਨ ਦੇ
ਜਦ ਤੱਕ ਆਪਾਂ ਬਾਬਾ ਨੂੰ ਚਾਟ ਦਿੰਦੇ, ਆਪਾਂ ਦੇਖਦੇ ਮਨ ਦੀ ਸਟੇਜ ਕਿੱਥੋਂ ਸ਼ੁਰੂ ਹੋਈ ਸੀ, ਫਿਰ ਹੌਲੀ-ਹੌਲੀ ਕਰਕੇ ਕਿੱਦਾਂ ਹੌਲੀ ਬਦਲਦੀ ਰਹਿੰਦੀ ਆ। हम चाहते हैं कि बाप की याद में रहकर हम संपूर्ण बने, आत्मा प्योर बने। देखो हर आत्मा की दी चाहत की है कि जिद्दां दे असीं सीगे संपूर्ण बने, अपने आप दी बैटरी उन्नी चार्ज करिए, असीं प्योर बनीए। और तो कोई भी रास्ता है नहीं सिवाय योग के। योग लगाउण तो बगैर असीं पावन बन नहीं सकदे, असीं संपूर्ण बन नहीं सकदे। ਕਿਉਂਕਿ ਸਾਡਾ ਯੋਗ ਕੋਈ ਆਮ ਕਿਸੇ ਨਾਲ ਇੱਥੇ ਦੇਹਧਾਰੀ ਨਾਲ ਜਾਂ ਪੰਜਾਂ ਤੱਤਾਂ ਦੀ ਕਿਸੇ ਚੀਜ਼, ਵਸਤੂ, ਵੈਭਵ ਨਾਲ ਕਿਸੇ ਨਾਲ ਨਹੀਂ। ਸਾਡਾ ਯੋਗ ਆ ਊਚ ਤੇ ਊਚ, ਜੋ ਚਾਂਦ, ਸੂਰਜ, ਤਾਰਾਗਣ ਤੋਂ ਵੀ ਪਾਰ ਰਹਿਣ ਵਾਲਾ ਸਰਵ ਸ਼ਕਤੀਵਾਨ ਪਿਤਾ ਪਰਮਾਤਮਾ, ਜੋ ਐਵਰ ਫੁੱਲ ਆ, ਐਵਰ ਪਿਓਰ ਆ, ਪਵਿੱਤਰਤਾ ਦਾ ਸਾਗਰ ਆ। ਜਦੋਂ ਅਸੀਂ ਉਹਦੇ ਨਾਲ ਬੁੱਧੀ ਲਾਵਾਂਗੇ ਤੇ ਸਾਡੀ ਬੁੱਧੀ ਆਪਣੇ ਆਪ ਪਾਵਨ ਹੋਊਗੀ। ਤੇ ਜਿਹੜਾ ਐਵਰ ਫੁੱਲ ਆ, ਉਹਦੇ ਨਾਲ ਬੁੱਧੀ ਲਾਵਾਂਗੇ ਤਾਂ ਅਸੀਂ ਵੀ ਸੰਪੂਰਨ ਬਣਾਂਗੇ। बाबा कहते होर कोई रास्ता है नहीं योग के सिवाय। और जो भी योग सीखते हैं वह कोई प्योरिटी के लिए नहीं है, कोई शांति लई, कोई अपनी छोटी मोटियां चीज़ां दे लई इत्थे योग सिखते हो भी किन्नी मेहनत करते, हठ योग करते आ। वह तो सब स्थूल योग हैं अल्पकाल के लिए, और ये रूहानी योग है एवर प्योर होने के लिए। बाकी सारे योग आ हद दे लई, कोई थोड़ी बहुती पीस अनुभव कर लई, अपनी क्लीनिंग कर लई, पॉजिटिविटी कर लई, लेकिन ये योग आ आत्मा नूं ऐनूं जो जड़ आ, जो विच बिमारी चले गई, विकारां दी धूल पै गई आ, ਉਹਨੂੰ क्लीन करन दी। ਉਹਨੂੰ क्लीन करांगे ਤਾਂ ਆਪਣੇ ਆਪ ਬੁੱਧੀ ਕਲੀਅਰ ਹੋ ਜਾਓ। ਕੋਈ ਸ਼ਾਂਤੀ ਸੁੱਖ ਸਾਨੂੰ ਟੈਂਪਰੇਰੀ ਬਾਹਰ ਤੋਂ ਲੱਭਣ ਦੀ ਜਾਂ ਮਹਿਸੂਸ ਕਰਨ ਦੀ ਲੋੜ ਨਹੀਂ। ਸਾਡਾ ਆਪਣਾ ਉਹ ਸੰਸਕਾਰ ਆ। ਫਿਰ ਆਪਣੇ ਅੰਦਰਲੇ ਸੰਸਕਾਰਾਂ ਦੇ ਵਿੱਚ ਅਸੀਂ ਨੈਚੁਰਲ ਨੇਚਰ 'ਚ ਸਥਿਤ ਹੋ ਜਾਵਾਂਗੇ। पवित्रता के सागर के साथ हम योग लगाने से पवित्र बनते हैं। बाप कहते हैं इस योग अग्नि से तुम्हारे जन्म जन्मांतर के पाप भस्म होते हैं। देखो परमात्मा ਨਾਲ ਯੋਗ ਲਗਾਉਣ ਨਾਲ ਸਰਵ ਸ਼ਕਤੀਵਾਨ ਦੇ ਨਾਲ ਇੱਕ ਤਾਂ ਸਾਡੇ ਵਿਕਾਰ ਸਾਰੇ ਖਤਮ ਹੁੰਦੇ ਆ, ਆਤਮਾ ਪਾਵਨ ਬਣਦੀ, ਸੰਪੂਰਨ ਬਣਦੀ ਆ। ਫਿਰ ਜਨਮ ਜਨਮਾਂਤਰਾਂ ਦੇ ਜੋ ਪਾਪਾਂ ਦਾ ਵੀ ਬੋਝ ਆ ਨਾ ਸਾਡੇ ਤੇ, ਇੰਨੇ ਅਕਾਊਂਟ ਖੋਲੇ ਹੋਏ ਇੰਨੀਆਂ ਆਤਮਾਵਾਂ ਦੇ ਨਾਲ ਜੋ ਪਾਪ ਕਰਮ ਕਰਕੇ ਆਏ ਆ। ਤੇ ਬਾਬਾ ਕਹਿੰਦੇ ਯੋਗ ਲਾਉਣ ਦੇ ਨਾਲ ਉਹ ਜਨਮਾਂ ਜਨਮਾਂਤਰਾਂ ਦੇ ਪਾਪ भस्म होते। बुद्धि भी कहती है ये पति दुनिया है। कोई से भी पूछो ये सतयुग है या कलयुग, तो इसको सतयुग कोई भी नहीं कहेंगे। दुख इन्ना वधिया आ, किसी नूं सतयुग नहीं लगता। सतयुग तो नई दुनिया थी, उनको गोल्डन एज, इसको आयरन एज कहा जाता है। पुरानी दुनिया को कलयुग और नई दुनिया को सतयुग कहा जाता है। जदों ड्रामा शुरू हुंदा सृष्टि प्योर आ, नमी आ, गोल्डन एज आ, फिर हौली हौली आयरन एज बनती आ। सिल्वर कॉपर दी खाद पैंदी, आयरन एज बन जाती आ। ऐसे कह नहीं सकते कि अभी सतयुग भी है तो कलयुग भी है, ये तो हो नहीं सकता। सारे आत्मावां दी सीढ़ी नीचे उतरी, इन्ने जन्म ले लए, कोई ताकत नहीं रही, ते पंज तत्त भी इंप्योर बने हुए हैं। नहीं नरकवासी माना ही नरकवासी। पुरानी दुनिया को पतित, नई दुनिया को पावन दुनिया कहते हैं। जदों आत्मा प्योर आ, आत्मा हले घर तो उतरी आ, फ्रैश आ, सोल कॉन्शियस आ, अपने गुणा शक्तियां नाल भरपूर आ, ते अपने ओरिजिनल धर्म विच स्थित आ, कोई देह दा धर्म नहीं। उदों बाबा कहंदे ओनू कहंदे आ पावन दुनिया, ओनू स्वर्ग कहंदे आ। भारत ही नई दुनिया स्वर्ग था, भारत ही पुरानी दुनिया नरक है। ਭਾਰਤ ਹੀ ਵਿੱਚ ਹੀ ਸਭ ਤੋਂ ਪਹਿਲਾਂ ਸਤਯੁਗ ਸੀ, ਹੁਣ नरक ਬਣਿਆ ਆ। भारत पर ही जोर देते रहो, दूसरे सब तो बीच में आते हैं, उससे हमारा ताल्लुक नहीं। हमारा धर्म ही अलग है जो अब प्रायलोप हो गया है। साडा धर्म की आ प्रेम, सुख, शांति, आनंद, पवित्रता, ज्ञान, जो कि सतयुग ਵਿੱਚ ਸੀ ਤੇ ਸਤਯੁਗ ਭਾਰਤ ਵਿੱਚ ਸੀ। ਬਾਬਾ ਕਹਿੰਦੇ ਉਸ ਸਟੇਜ ਵਿੱਚ ਸਥਿਤ ਹੋਣ ਦੀ ਪ੍ਰੈਕਟਿਸ ਕਰੋ। अभी तुम निश्चय बुद्धि बने हो, जानते हो हम एक बाप के बच्चे हैं। देखो बाबा ने कितनी बारी अज क्या, जानते हो हम एक बाप के बच्चे हैं, बाप से हमको स्वराज्य मिलता है। बाप ही आके सानू स्वराज्य दिलाउंदे आ, होर किसी दी ताकत नहीं। पहले तो ये पक्का निश्चय चाहिए। ज्ञान सुनते हैं वह तो ठीक है, प्रजा बन जाती है। बाबा कहते पर ज्ञान तो सुनते हैं, पर पहला ये निश्चय चाहिए कि मैं आत्मा हाँ,
मेरा पिता परमात्मा आ, असी एक घर तो आए आ, एक पिता दे बच्चे आ, एक परिवार आ, बाकी हम बेहद बाप के बच्चे हैं जी। निश्चय हो जाए, समझे हमने भक्ति की है भगवान से मिलने के लिए, कि ਜਿਹਦੇ ਲਈ ਇੰਨੇ ਸੋਨੇ ਦੇ ਗੁਰਦੁਆਰੇ ਮੰਦਰ ਮਸਜਿਦਾਂ ਚਰਚ ਬਣਾਏ, ਜਿਹਦੀ ਯਾਦ ਦੇ ਵਿੱਚ ਇੰਨੇ ਵੇਦ ਸ਼ਾਸਤਰ ਗ੍ਰੰਥ ਰਚੇ ਗਏ, ਉਹਨੂੰ ਜੋ ਅਸੀਂ ਉਹ ਇੰਨੀ ਮਿਹਨਤ ਕੀਤੀ 2 ਯੁੱਗ, ਉਸ ਪਿਤਾ ਪਰਮਾਤਮਾ ਨੇ ਆ ਕੇ ਸਾਨੂੰ ਸਾਡੀ ਭਗਤੀ ਦਾ ਫਲ ਗਿਆਨ ਦਿੱਤਾ। ਬਾਬਾ ਨੇ ਉਦਣ ਮੁਰਲੀ ਚ ਪਿੱਛੇ ਜੇ ਕਿਹਾ ਨਾ ਕਿ ਤੁਸੀਂ ਆ ਕੇ ਦੁਆਪਰ ਦੇ ਵਿੱਚ ਮੇਰੇ ਲਈ ਸੋਨੇ ਦਾ ਸੋਮਨਾਥ ਦਾ ਮੰਦਰ ਬਣਾਉਂਦੇ ਆ, ਤੇ ਬਾਪ ਕਿਉਂਕਿ ਤੁਹਾਨੂੰ ਇਸ ਵੇਲੇ ਸੋਨੇ ਜੈਸਾ ਬਣਾ ਕੇ ਜਾਂਦਾ, ਇੰਨਾ ਸੁੱਖ ਦੇ ਕੇ ਜਾਂਦਾ, ਤੇ ਜਿਹੜਾ ਸੁੱਖ ਦਿੰਦਾ ਆ ਫਿਰ ਉਹਨੂੰ ਯਾਦ ਕੀਤਾ ਜਾਂਦਾ। अभी भक्ति पूरी होती है, भगवान स्वयं आकर मिला है, उनसे सूर्यवंशी स्वराज्य पद मिलता है। सूर्यवंशी सतयुग ਦੇ 8 ਜਨਮ, ਜਦੋਂ ਆਪਾਂ संपूर्ण निर्विकारी ਆਂ, 16 कला संपूर्ण ਆਂ, हम इतना उच्च पद पाते हैं जैसे शाहूकार लोग बच्चे को गोद में लेते हैं ना, वह तो एक बच्चा लेते हैं, जहां तो बेहद के बाप को अनेक बच्चे हैं। कोई अडॉप्ट करूगा, एक बच्चा अडॉप्ट करूगा संसार ਵਿੱਚ ਤਾਂ ਇੱਥੇ ਬਾਪ ਆ ਕੇ ब्रह्मा द्वारा बाबा ਕਹਿੰਦੇ ਤਾਂ बेहद ਦਾ बाप ਆ, ਉਹਦੇ ਤਾਂ अनेक बच्चे ਆ। कहते हैं जो मेरा बच्चा बनेगा उनको स्वर्ग का वर्षा मिलेगा। देखो बच्चे तो सारियां ही आत्मावां परमात्मा दियां आ, पर वर्षा किहनूं मिलूगा? जो परमात्मा नूं इस वेले पहचान के ਉਹਦੇ ਨਾਲ योग लगा के ਉਹਦੀ श्रीमत ते चल के अपने आप नूं प्यूरीफाई करूगा। कि बाप पतित पावन आ, पावन बनाउण आया, अपना वर्षा देण आया, पावन बना के वर्षा दਊਗਾ ना। पतित आत्मा ਨੂੰ वर्षा ਦੇ ਵੀ ਦੇਵੇ ਤੇ ਉਹਨੂੰ ਜੇ ਆਤਮਾ ਪਤਿਤ ਆ, ਉਹ ਚੋਂ ਵਿਕਾਰ नहीं निकले तो वो की करूगी? कहते हैं जो मेरा बच्चा बनेगा उनको स्वर्ग का वर्षा मिलेगा, तो मेरा नहीं बनते तो वर्षा ले ना सके, श्रीमत पर ही नहीं चलते, श्रीमत तो चलने तो बगैर तो वर्षा नहीं मिलूगा। जिनको निश्चय हो जाता है वह तो कहते बाबा आप फिर से आए हो, बस हम तो आपका हाथ नहीं छोड़ेंगे। ਜਦੋਂ ਆਪਾਂ ਨੂੰ ਸਮਝ ਆ ਗਈ ਆ ਕਿ ਇਹ ਤਾਂ ਉਹੀ ਪਿਤਾ ਆ ਜਿਹਨੂੰ ਸਾਰੀ ਦੁਨੀਆ ਲੱਭਦੀ ਆ, ਇਹ ਤਾਂ ਉਹੀ ਸਾਡਾ ਪਿਤਾ ਆ ਜਿਹਦੇ ਕੋਲੋਂ ਅਸੀਂ ਵਿਛੜ ਕੇ ਪਰਮਧਾਮ ਤੋਂ ਆਏ ਸੀ, ਮੈਂ ਤਾਂ ਆਤਮਾ ਆ, ਮੇਰਾ ਤਾਂ ਪਿਤਾ ਪਰਮਾਤਮਾ ਆ। ਫਿਰ ਅਸੀਂ ਕੀ ਕਹਿੰਦੇ ਆ, ਬਾਬਾ ਅਸੀਂ ਤਾਂ ਤੁਹਾਡੀ ਯਾਦ ਵਿੱਚ ਕੀ ਕੁਛ ਕੀਤਾ, ਜਪ ਤਪ ਪਾਠ ਪੂਜਾ ਕੀ ਕੁਛ ਵਰਤ ਨੇਮ ਆਦਿ ਕੀਤੇ, ਤੇ ਹੁਣ ਤਾਂ ਤੁਸੀਂ ਸਾਨੂੰ ਮਿਲੇ ਆ, ਅਸੀਂ ਤੁਹਾਡਾ ਹੱਥ ਤੁਹਾਡਾ ਸਾਥ ਕਦੀ ਨਹੀਂ ਛੱਡਾਂਗੇ। ਕਿ ਜੇ ਛੱਡਾਂਗੇ ਤਾਂ ਆਪਣੇ ਆਪ ਨੂੰ ਧੋਖੇ 'ਚ ਪਾਵਾਂਗੇ। ਬਹੁਤ ਵੱਡੀ ਇੰਨੀ ਉੱਚੀ ਲੋਟਰੀ ਮਿਲੀ ਆ ਜੋ ਕਿ ਉੱਚ ਤੇ ਉੱਚ ਹੈ ਇਸ ਵੇਲੇ, ਉਸ ਤੋਂ ਉੱਚੀ ਪ੍ਰਾਪਤੀ ਕੋਈ ਹੋ ਨਹੀਂ ਸਕਦੀ। ਜੇ ਉਹਨੂੰ ਛੱਡਿਆ ਤਾਂ ਆਪਣੇ ਆਪ ਨੂੰ ਕਿੰਨੀ ਵੱਡੀ ਅਸੀਂ ਜੋ ਆ ਪ੍ਰਾਪਤੀ ਤੋਂ वंचित कर लिया। बाप बच्चों को समझाते हैं, बच्चे फिर दूसरों को समझाते हैं कि हम परलौकिक बाप के बच्चे बने हैं, उनकी श्रीमत पर हम चलते हैं। ਬਾਬਾ ਕਹਿੰਦੇ ਬਾਪ ਬੱਚਿਆਂ ਨੂੰ ਸਮਝਾਉਂਦੇ ਆ, ਫਿਰ ਬੱਚੇ ਸਮਝ ਕੇ ਧਾਰਨ ਕਰਕੇ ਅੱਗੇ ਸਮਝਾਉਂਦੇ ਆ ਕਿ ਅਸੀਂ ਬਾਪ ਦੀ श्रीमत ਤੇ ਚੱਲਦੇ ਆ, ਸਾਨੂੰ परमात्मा पढ़ा रहे आ। इतने सब बीके बने हैं तो जरूर निश्चय है, तो हम भी क्यों ना बने। ਬਾਬਾ ਕਹਿੰਦੇ ਇੰਨੇ ਬ੍ਰਹਮਾ ਕੁਮਾਰੀਆਂ ਬੀਕੇ ਬਣੇ ਆ, ਬਾਬਾ ਦੇ ਬਣੇ ਆ, ਇੰਨਾ ਆਪਣੇ ਆਪ ਨੂੰ ਸੁਖੀ ਬਣਾਇਆ ਆ, ਆਪਣੇ ਆਪ ਨੂੰ ਭਰਪੂਰ ਕੀਤਾ ਬਾਬਾ ਤੋਂ। ਫਿਰ ਦੇਖ ਕੇ ਕਹਿਣਗੇ ਕਿਉਂ ਨਾ ਅਸੀਂ ਵੀ ਬਣੀਏ, ਇਹ ਸੁੱਖ ਲਈਏ ਸੱਚਾ। लिख करके भेज दें कि हम आपके बने हैं। बाप कहेंगे हम कोई दूर थोड़ी हैं, हम तो यहाँ बैठे हैं, हाजिर हैं। बाबा कहते फिर लिख करके भेज देंगे कि हम तो आपके हैं। बाबा कहते हम कोई दूर थोड़ी हैं, हम तो बैठे हैं। प्रैक्टिकल में बाबा तो आया। जैसे प्रेसिडेंट के लिए कहेंगे कि सृष्टि पर हाजिर है, तो इसका मतलब ये नहीं है कि प्रेसिडेंट सर्वव्यापी है। ਜੇ ਕਹੀਏ ਪ੍ਰੈਜ਼ੀਡੈਂਟ ਹਾਜ਼ਰ ਆ, ਇਹਦਾ ਮਤਲਬ ਇਹ ਤਾਂ ਨਹੀਂ ਉਹ ਕਣ-ਕਣ ਵਿੱਚ ਆ। ਤੇ ਪਰਮਾਤਮਾ ਨੂੰ ਜਦੋਂ ਆਪਾਂ ਹਾਜ਼ਰ ਕਹਿੰਦੇ, ਉਹਨੂੰ ਕੀ ਕਹਿੰਦੇ? ਹਾਜ਼ਰ ਨਾਜ਼ਰ। ਪਰ ਉਹ ਤਾਂ ਕਲਪ ਵਿੱਚ ਇੱਕ ਵਾਰ ਆਉਂਦਾ ਆ। ਇਹ ਤਾਂ ਨਹੀਂ ਜਦੋਂ ਆਪਾਂ ਉਹਨੂੰ ਹਾਜ਼ਰ ਕਹਿੰਦੇ, ਉਹਨੂੰ ਯਾਦ ਕਰਦੇ ਆ ਤਾਂ ਕਣ-ਕਣ ਵਿੱਚ ਆ। ਉਹਦੀ ਯਾਦ ਸਾਰਿਆਂ ਥਾਂ ਤੇ ਆਪਾਂ ਉਹਨੂੰ ਬੈਠ ਕੇ ਯਾਦ ਕਰ ਸਕਦੇ, ਪਰ ਉਹ ਤਾਂ ਸਾਰੀ ਥਾਂ ਤੇ ਨਹੀਂਗਾ। ਬਾਬਾ ਤਾਂ ਹੁਣ ਪ੍ਰੈਕਟੀਕਲ ਵਿੱਚ ਆਇਆ ਆ, ਇੱਕ ਥਾਂ ਤੇ ਬੈਠਾ ਆ, ਪਰ ਜਿੱਥੇ ਵੀ ਉਹਨੂੰ ਯਾਦ ਕਰਾਂਗੇ ਉਹ ਸਾਨੂੰ ਸਾਥ ਦੇਣ ਨੂੰ ਆ ਜਾਂਦਾ, ਕਿਉਂਕਿ ਉਹ ਹਜ਼ਾਰ ਬਜਾਉਂ ਸਹਿਤ ਆ। ऐसा परमपिता परमात्मा जिसको सुख करता दुख हरता कहा जाता है, वह सर्वव्यापी नहीं हो सकता।
ਇੱਕੋ ਹੀ ਆ ਉਹ ਬਾਪ, ਸਰਵ ਸ਼ਕਤੀਵਾਨ ਆ, ਸਾਰੀ ਸ੍ਰਿਸ਼ਟੀ ਦਾ ਮਾਲਕ ਆ, ਡਰਾਮਾ ਦਾ ਡਾਇਰੈਕਟਰ ਆ, ਕ੍ਰੀਏਟਰ ਆ। ਉਹ ਕੋਈ ਕਣ-ਕਣ ਵਿੱਚ, ਕੁੱਤੇ ਬਿੱਲੀ 'ਚ, ਠਿੱਕਰ ਬਿੱਤਰ 'ਚ ਕਿੱਦਾਂ ਹੋ ਸਕਦਾ? उनकी हाजिरी में मनुष्य इतने दुखी कैसे हो सकते, जबकि बाप की गैर हाजिरी स्वर्ग में भी कोई दुखी नहीं रहता। सतयुग ਵਿੱਚ, ਤ੍ਰੇਤਾ ਵਿੱਚ ਤਾਂ ਬਾਪ ਹੁੰਦਾ ਨਹੀਂ ਉੱਥੇ, ਤੇ ਉੱਥੇ ਜਦ ਕਿ ਇੰਨੇ ਸੁਖੀ ਕਿੱਦਾਂ ਰਹਿੰਦੇ ਆ, ਜਦ ਕਿ ਉੱਥੇ ਬਾਪ ਹੈ ਵੀ ਨਹੀਂ, ਕਿਉਂਕਿ ਬਾਪ ਨੇ ਆਪ ਸਮਾਨ ਬੱਚਿਆਂ ਨੂੰ ਬਣਾਇਆ, ਤਾਕਤ ਭਰਿਓ ਆ। ਤੇ ਹੁਣ ਜਦੋਂ ਬਾਪ ਆਇਆ ਵੀ ਆ, ਹਲੇ ਵੀ ਬੱਚੇ ਕਿੰਨੇ ਦੁਖੀ ਆ, ਕਿਉਂਕਿ ਜਦੋਂ ਦੁਖੀ ਹੋ ਜਾਂਦੇ ਆ, ਬੱਚਿਆਂ ਦੀ ਪੂਰੀ ਤਰ੍ਹਾਂ ਬੈਟਰੀ ਥੱਲੇ ਚਲ ਜਾਂਦੀ ਆ, ਰਹਿਮਦਿਲ ਬਾਪ ਉਦੋਂ ਆ ਕੇ ਬੱਚਿਆਂ ਦੀ ਫਿਰ ਤੋਂ ਬੈਟਰੀ ਚਾਰਜ ਕਰਦਾ, ਫਿਰ ਤੋਂ ਬੱਚਿਆਂ ਵਿੱਚ ਬਲ ਭਰਦਾ, ਤਾਕਤ ਭਰਦਾ, ਵਿਕਾਰਾਂ ਤੋਂ ਮੁਕਤ ਕਰਦਾ। बाप ने बच्चों के लिए घोंसला बनाया है, जैसे चिड़ियां बच्चों के लिए घोंसला बनाती है। बाप आया, फिर बाप ने आके बच्चों लिए घोंसला भी बनाया। घोंसला ਕਿਹੜਾ ਬਣਾਇਆ ਕਿ ਬਾਪ ਦੀ ਪਹਿਲਾਂ ਤਾਂ ਆਪਾਂ ਕਵਾਂਗੇ ਗੋਦ ਘੋਂਸਲਾ ਆ, ਸਾਡੇ ਲਈ ਪਰਮ ਧਾਮ ਵੀ ਘੋਂਸਲਾ ਜੋ ਸਾਨੂੰ ਮਿਲਾ, ਅਸੀਂ ਸ਼ਾਂਤੀ 'ਚ ਜਾ ਕੇ ਉੱਥੇ ਪ੍ਰਮਾਤਮਾ ਕੋ ਬਹਿੰਦੇ ਆ, ਉੱਥੇ ਸੁਣਦੇ ਆ ਬਾਬਾ ਕੋ। ਪਰ ਮਧੂਵਨ ਜੋ ਸਕਾਰ ਵਿੱਚ ਬਾਬਾ ਨੇ ਆ ਕੇ ਬੱਚਿਆਂ ਲਈ ਬਣਾਇਆ ਕਿ ਉੱਥੇ ਜਾਂਦੇ ਬੱਚੇ ਰਿਫਰੈਸ਼ ਹੋ ਕੇ ਆਉਂਦੇ। तो बाप भी तुम्हारे लिए तुम्हारे द्वारा ही अखेरा घोंसला बनवाते हैं। बाबा कहते तुम्हारे द्वारा ही तुम्हारे लिए घोंसला बनाते हैं कि बच्चे ही आ जो बाप दी सेवा दे विच निमित बन के सर्विस करके फिर इन्ना कुछ बाबा दे जग्गे दे विच दे के बाबा दा घर बनाउंदे आ। तुम्हारे ही रहने के लिए स्वर्ग का अखेरा बन रहा है। बाप कहते हैं तुम मेरी मत पर चलेंगे तो स्वर्ग में राज्य करेंगे, अगर पूरा निश्चय हो तो एकदम पकड़ लेवें। बाबा कहते जे निश्चय हो गया बच्चों ਨੂੰ फिर ਤਾਂ एकदम आके ज्ञान ਨੂੰ पकड़ ਲੈਣ, ऐसे भी नहीं कि जहां बैठ जाना है। कोई इदां भी नहीं बाबा कहते कि आके बाप दे कोले ही सारे बैठ जाओ। बाबा ਤਾਂ हमेशा कहते अपना घर-बार संभालो, अपनियां जिम्मेवारियां संभालो, पर मेरे ਨੂੰ तेरा करके संभालो, बुद्धि चो देह अभिमान छड्डो। तुमको तो जीते जी घर भर तो छोड़ना नहीं है, वह तो घर भर छोड़ते हैं। सन्यासी ਤਾਂ घर भर छोड़ के जंगलों ਵਿੱਚ ਚਰੇ ਜਾਂਦੇ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ। ਪਰ ਬਾਬਾ ਕਹਿੰਦੇ ਇੱਥੇ ਕੋਈ ਜ਼ਿੰਮੇਵਾਰੀਆਂ ਨੂੰ ਨਹੀਂ ਛੱਡਣਾ, ਘਰ-ਬਾਰ ਨਹੀਂ ਛੱਡਣਾ, ਸਭ ਕੁਝ ਕਰਦੇ ਹੋਏ, ਨਿਭਾਉਂਦੇ ਹੋਏ ਆਤਮਿਕ ਸਮ੍ਰਿਤੀ ਰੱਖਣੀ ਹੈ ਕਿ ਦੇਹ ਭਾਨ ਨੂੰ ਛੱਡਣਾ ਤੇ ਆਪਣੇ ਜੋ ਆਪਣੀ ਸਮ੍ਰਿਤੀ ਆ ਉਹ ਬਿਲਕੁਲ ਮੇਰੇ ਨੂੰ ਤੇਰਾ ਕਰ ਦੇਣੀ ਕਿ ਸਭ ਕੁਝ ਪਰਮਾਤਮਾ ਦਾ ਆ। ਤਨ ਤੋਂ ਵੀ ਮੈਂ ਆਤਮਾ ਨਿਆਰੀ ਆ, ਇਹ ਵੀ ਪਰਮਾਤਮਾ ਦਾ। ਜੋ ਆਤਮਾਵਾਂ ਨਾਲ ਮੇਰਾ ਪਾਠ ਆ ਉਹ ਵੀ ਪਰਮਾਤਮਾ ਦੇ ਬੱਚੇ ਆ। ਮੈਨੂੰ ਸੇਵਾ ਮਿਲੀ ਹੋਈ ਇਸ ਇੱਕ ਜਨਮ ਦੀ, ਮੈਂਪਨ ਮੇਰਾਪਨ ਕੱਢ ਕੇ निष्काम सेवा। अगर पूरा निश्चय हो तो एकदम पकड़ लेवें। गुरु को भगवान समझते हैं, वह कोई जीते जी मरते नहीं है। तुमको तो जीते जी मरकर फिर सतयुग में जीना है। जीते जी मरना किया अपने पुराने बिलीव सिस्टम तो, अपने सोचण दे तरीके तो और देह अभिमान तो। तुम बाप से बेहद का वर्षा लेते हो। जब निश्चय हुआ कि बेहद का बाप पढ़ाते हैं, 21 जन्मों का वर्षा देते हैं, तो उनकी श्रीमत पर चलना पड़े। जब निश्चय हो गया सानू पता परमात्मा पढ़ाउंदे आ, 21 जन्मां दा सानू वर्षा दिंदे आ, ते बाबा कहंदे उहदी श्रीमत ते चलना चाहिदा ना। फिर जद इन्नी उच्ची प्राप्ति हो रही आ, इन्ना उच्चा वर्षा मिल रहा आ, फिर सानू थोड़ी जी एक जन्म की मेहनत नाल इन्नी उच्ची प्रालब्ध मिल रही आ, फिर काहदे लई अपने आप नू घाटा पाउणा। जब निश्चय हुआ कि बेहद का बाप पढ़ाते हैं, 21 जन्मों का वर्षा देते हैं, तो उनकी श्रीमत पर चलना पड़े। बच्चा बना तो बाप डायरेक्शन देंगे। पहले तो 1 हफ्ता भट्टी में बैठो। भट्टी की जो 7 दिन का आपा कोर्स कर दें, तुमको रोज नॉलेज मिलती रहेगी। सब तो एक जैसे नहीं समझते हैं, हर एक अपने पुरुषार्थ और तकदीर अनुसार पाते हैं। पुरुषार्थ और तकदीर के ऊपर ही होता है। ਬਾਬਾ ਕਹਿੰਦੇ ਸਾਰੇ ਤਾਂ ਫਿਰ ਇੱਕ ਜੈਸਾ ਨਹੀਂ ਪਾਉਣਗੇ ਵਰਸਾ, ਆਪਣੇ ਆਪਣੇ ਪੁਰਸ਼ਾਰਥ ਨਾਲ ਆ। ਜਿੰਨਾ ਤਕਦੀਰ ਵਿੱਚ ਪੁਰਸ਼ਾਰਥ ਕਰਨਾ ਹੋਇਆ, ਭਾग्य बनाना होया, पता लग जाता है कि तकदीर में क्या है, क्या पद पाएंगे। बाप का बनकर फिर गृहस्थ व्यवहार में भी रहना है। ਬਾਬਾ ਕਹਿੰਦੇ ਪਤਾ ਲੱਗ ਜਾਂਦਾ ਆ ਕਿ ਕਿੰਨਾ ਕੁ ਪਦ ਪਾਉਣਗੇ, ਕਿੱਦਾਂ ਦਾ ਪੁਰਸ਼ਾਰਥ ਕਰਦੇ ਆ ਗ੍ਰਹਿਸਥ ਵਿਵਹਾਰ ਵਿੱਚ ਰਹਿ ਕੇ। ਫਿਰ ਬਾਬਾ ਕਹਿੰਦੇ ਇਹ ਪੁਰਸ਼ਾਰਥ करना है। अच्छा गृहस्थ व्यवहार में नहीं है तो जाकर अंधों की लाठी बनो।
ਬਾਬਾ ਕਹਿੰਦੇ ਜੇ ਕਿਸੇ ਨੂੰ ਕੋਈ ਬਾਲੀਆਂ ਜ਼ਿੰਮੇਵਾਰੀਆਂ ਨਹੀਂ ਗੀਆਂ, ਕੋਈ ਇਦਾਂ ਦਾ ਨਹੀਂ ਹੈਗਾ, ਤੇ ਫਿਰ ਅੰਦੋਂ ਕੀ ਰਾਠੀ ਬਣੋ, ਬਾਕੀਆਂ ਨੂੰ ਗਿਆਨ ਦਿਓ। ਸੱਤੇ ਨਾਰਾयण की कथा सुनाने जरूर जाना है। ये नर तो नारायण बनने दी सत्य नारायण की कथा जो बाप ने सानू सुनाई आ, सब नू सुनानी आ। अब देखो प्रेम बच्ची सेवा पर गई है। प्रेम दीदी बाबा दे बहुत सेवाधारी बच्चा, बाबा उन्होंने अज याद कर दे। जिन्हें निमंत्रण दिया उन्हें आज्ञान की, बहुतों से मुलाकात कराई, प्रभावित हुए, परंतु बाबा कहे निश्चय बुद्धि एक भी नहीं है कि इन्हों को बेहद का बाप पढ़ाते हैं। बाबा देखो बच्चों का दसदे, बाबा कहते कई बार आप ज्ञान देंदे आ, वो तुहाडे तो बहुत प्रभावित हो जाते आ, ज्ञान नू अच्छा अच्छा भी कहते आ, पर बाबा कहते कोई निश्चय बुद्धि भी बने कि निश्चय पूरा पक्का हो जाए। नहीं उसले थोड़ी देर सुन के दिल नू चंगा तो हरेक नू ये ज्ञान लगता जो अपना परिचय मिलता आ, पर उसलिए अच्छा अच्छा कहते आ ते प्रभावित हो जाते। बाबा कहते पर निश्चय बुद्धि एक भी नहीं है कि इन्हों को बेहद का बाप पढ़ाते हैं। ये भी निश्चय कराना है ना कि पढ़ाने वाला कौन है, जिससे 21 जन्मों का वर्षा मिलता है, प्रभावित होते हैं। परंतु ऐसे थोड़ी निश्चय हुआ कि बरोबर ज्ञान का सागर बाप पढ़ा रहे हैं। बाबा कहते किन्नियां नूं भी भावें ज्ञान सुनाओ, जे किसी नूं ये पूरा निश्चय नहीं हुंदा कि सानू पढ़ाउण वाला कौन आ, ज्ञान का सागर वो पढ़ा रहा आ, 21 जन्मां का वर्षा मिल रहा आ। हाँ सिर्फ कहेंगे बहुत अच्छा है, जैसे ही बाहर गए फिर खलास। उस समय तो बहुत अच्छा कहेंगे, पर किया फिर बाद विच पूरा निश्चय नहीं गा तां बाद विच किया खलास के बाद विच भुल जाओगे। कोई बिरला ही पुरुषार्थ करेंगे, भल आपस में सत्संग करेंगे, परंतु जो करेंगे वह भी निश्चय बुद्धि नहीं। बाबा कहते देखो, बाबा ने उदन भी कहा ना मेरे लाडले बच्चे आ, मेरे स्नेही बच्चे आ। क्यों? क्योंकि बाबा कहते कोटों में कोई, कोई में भी कोई। 800-900 करोड़ आत्मावां आ टोटल, जिन्हां विचों 9 लाख आत्मावां ही केवल सतयुग विच आउणगीਆਂ। पर आपां नूं ਗਿਆਨ ਤਾਂ ਸਾਰੇ ਵਿਸ਼ਵ ਦੀਆਂ ਆਤਮਾਵਾਂ ਨੂੰ ਦੇਣਾ ਨਾ। ਸਾਨੂੰ ਕੀ ਪਤਾ ਕਿਹੜੀ ਆ ਦੇਵਕੁਲ ਦੀ ਆਤਮਾ। ਸਾਰੀਆਂ ਆਤਮਾਵਾਂ ਨੂੰ ਦੇਵਾਂਗੇ, ਫਿਰ ਵਿੱਚੋਂ ਜਿਹੜਾ ਦੇਵਕੁਲ ਦਾ ਹੋਊਗਾ ਬਾਬਾ ਦਾ ਬੱਚਾ ਸਤਯੁਗੀ ਆਤਮਾ ਉਹ ਨਿਕਲੂਗੀ। ਤਾਂ ਕਰਕੇ ਬਾਬਾ ਕਹਿੰਦੇ ਸਭ ਤੋਂ ਪੁਰਸ਼ਾਰਥ ਇੱਕ ਜੈਸਾ ਨਹੀਂ ਕरेंगे। ਭਾਵੇਂ ਸਤਸੰਗ ਕਰਦੇ ਆਪਸ ਵਿੱਚ, ਬਾਬਾ ਕਹਿੰਦੇ ਕਰਦੇ ਆ, पर फिर भी किया निश्चय नहीं आ इना। हाफ कास्ट कहा जाता है निश्चय और संशय। अभी कहेंगे बाप पढ़ाते हैं, कभी निश्चय हो जाता कभी संशय। अभी कहेंगे बाप पढ़ाते हैं, अभी कहेंगे कि ये कैसे हो सकता है, फिर संशय आ जाता। हाँ पवित्र बनना अच्छा है, परंतु पवित्रता में रहना बड़ा मुश्किल है। पवित्र बनना तो बहुत चंगा आ, पर पवित्र बन के रहना, उदां दा जीवन लाइफ स्टाइल बनाना, बाबा कहते वो मुश्किल है। असीं कहांगे नहीं बाबा जदों निश्चय हो जाता आत्मा नूं ये मेरा पिता आ, फिर मुश्किल नहीं, फिर मुहब्बत च करदे आ। पर एक बार निश्चय करना आ, फिर कोई भी कुछ भी हो जाए, जे अपना रिलेशन बना लिया बाबा नाल, सच्चा नाता जोड़ लिया, प्राप्ति उहदे तो सानूं डायरैक्ट होण लग पई आ। फिर जो मर्जी कुछ कहे, फिर वो निश्चय कदी कम नहीं हुंदा। पहले तो निश्चय चाहिए, गदगद होकर लिखें, जैसे बदेली गोपिकाएं पत्तर लिखती हैं, वैसे छुटेले कभी लिखते थोड़ी हैं। देखो बाबा कहते कईयां नूं बहुत बंधन भी आ, घर दे आउण नहीं दिंदे, बहुत विघन पाउंदे आ, पर वो फिर भी बाबा नाल उन्हां दा इन्ना प्यार आ कि वो लिखदियां आ कि बाबा सानूं पूरा निश्चय आ, गदगद होके लिखदियां। बाबा कहते इन्ने जिहड़े छुटेले आ जिन्हां नूं कोई बंधन नहीं गा, निर्बंधन आ, वो भी इन्ना नहीं बाबा च निश्चय रखदे। कई बार जिन्हां नूं बंधन आ, बहुत मजबूरियां आ, उन्हां दा बाबा च ज्यादा निश्चय आ। बाबा लिख देते हैं कि एक को भी निश्चय बुद्धि नहीं बनाया है। हाँ साधारण प्रजा बनाई है, वारस नहीं बनाया। एक भी निश्चय नहीं बना है, निश्चय बुद्धि नहीं बना, निश्चय बुद्धि ही वारिस बनते हैं। बाबा कहते एक भी निश्चय बुद्धि नहीं बनया, निश्चय बुद्धि वारिस बनते हैं। अच्छा ओम शांति। थैंक यू बाबा। हाँ जी राज अगे कंटिन्यू करूंगे। ओम शांति। कोई भल निश्चय बुद्धि है परंतु ज्ञान नहीं उठाते हैं, तो उसी घराने के अंदर जाकर दास दासी बनते हैं।
ਦੇਖੋ ਇੱਕ ਤਾਂ ਹੈ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਸੱਚੀ ਪਰਮਾਤਮਾ ਆ। ਬਾਬਾ ਕਹਿੰਦੇ ਨਿਸ਼ਚੈ ਹੋ ਗਿਆ, ਪਤਾ ਲੱਗ ਗਿਆ ਪਰਮਾਤਮਾ ਆਇਆ, ਵਰਸਾ ਦੇ ਰਿਹਾ, ਫੇਰ ਵੀ ਅਸੀਂ ਐਫਰਟ ਨਹੀਂ ਕਰਦੇ। ਆਪਣੇ ਆਪ ਦੇ ਵਰਕ ਨਹੀਂ ਕਰਦੇ, ਜੋ ਪਰਮਾਤਮਾ ਆਪਾਂ ਨੂੰ ਗਿਆਨ ਦੇ ਰਿਹਾ ਉਹ ਧਾਰਨ ਨਹੀਂ ਕਰਦੇ। ਫਿਰ ਕੀ ਆ, ਵਰਸਾ ਤਾਂ ਮਿਲੂਗਾ ਬਾਪ ਤੋਂ, ਸਤਯੁਗ ਵਿੱਚ ਜਾਵਾਂਗੇ, ਪਰ ਪਦ ਬਹੁਤ ਨੀਚੇ ਦਾ ਹੋਗਾ, क्योंकि अपने अंदर कोई ताकत नहीं भरी। आगे जाकर एक्यूरेट साक्षात्कार होगा, पता भी पड़ेगा कि हम दास दासी कौन से नंबर में बनेंगे, फिर बहुत पछताएंगे। हम तो श्रीमत पर चले नहीं, तब ये हाल हुआ, फिर भी हर हालत में कहेंगे ड्रामा। इनका ड्रामा में ऐसे ही कल्प कल्पांतर का पार्ट है। साक्षात्कार होना ही है, पिछाड़ी में रिजल्ट निकलनी है, फिर कहेंगे भाभी। बाबा प्यार ਦਾ ਸਾਗਰ ਆ ਨਾ, ਬਾਬਾ ਆਪਾਂ ਨੂੰ ਕ੍ਰੋਧ ਨਹੀਂ ਕਰਦਾ, ਡਾਂਟਦਾ ਨਹੀਂ ਬੱਚਿਆਂ ਨੂੰ, ਪਰ ਬਾਬਾ ਸਮਝ ਦੇ ਦਿੰਦੇ ਆ, ਹਨਾ। ਫਿਰ ਆਪਾਂ ਬਾਬਾ ਨੂੰ ਕੰਪਲੇਂਟ ਨਹੀਂ ਕਰ ਸਕਦੇ ਸਾਡਾ ਭਾਗਿਆ ਇਦਾਂ ਦਾ ਕਿਉਂ ਲਿਖਿਆ। ਇਸ ਵੇਲੇ ਬਾਬਾ ਜੋ ਪੜ੍ਹਾਈ ਪੜ੍ਹਾ ਰਹੇ ਆ, ਬਾਬਾ ਕਹਿੰਦੇ 2 ਯੁੱਗ ਤਾਂ ਤੁਸੀਂ ਮੰਗਦੇ ਆਏ ਆ, ਸਾਨੂੰ ਆਹ ਦਿਓ ਉਹ ਦਿਓ। ਹੁਣ ਜਦੋਂ ਉਹ ਦੇ ਰਿਹਾ ਆ, ਲੈਣ ਦਾ ਸਮਾਂ ਤੇ ਹੋਣੇ ਆ। ਹੁਣ ਆਪਣੇ ਤੇ ਪੁਰਸ਼ਾਰਥ ਕਰਕੇ ਅੰਦਰ ਹੀ ਅੰਦਰ ਬਾਪ ਦੇ ਸੱਚੇ ਖਜ਼ਾਨਿਆਂ ਨੂੰ ਭਰਨਾ, ਹਨਾ। ਆਤਮਾ ਨੂੰ ਆਦਤ ਪਈ ਆ ਬਾਹਰੋਂ ਦੇਖਣ ਦੀ, ਪਰ ਬਾਬਾ ਆਣ ਕੇ ਆਪਣੀ ਸਾਰਾ ਧਿਆਨ ਅੰਦਰ ਦੀ ओर ਕਰ ਦੇ। ਆਪਾਂ ਕਹਿੰਦੇ ਨਾ, ਖੋਜ ਮਨ ਹਰ ਰੋਜ਼, ਨਾ ਫਿਰ ਪਰੇਸ਼ਾਨੀ ਆਵੇ। ਆਪਣੇ ਅੰਦਰ ਹੀ ਅੰਦਰ ਖਜ਼ਾਨਿਆਂ ਨੂੰ ਭਰਨਾ ਜੋ ਬਾਬਾ ਦਿੰਦੇ ਆ। बाबा कहते फिर कहेंगे भाभी हमारी तकदीर में ये था, तुम्हारी पढ़ाई की रिजल्ट आएगी। ये तो बड़ा भारी स्कूल है, पढ़ाने वाला एक ही है, एक ही पढ़ाई है, एक ही इम्तिहान है। अंडरलाइन करो इन्हां चीजां नूं। ये पढ़ाई जो नंबर 1 दी आत्मा आ उन्हें भी यही पढ़ाई पढ़ी, कोई दूजी होर पढ़ाई नहीं। फिर देखो किन्नी उच्ची पढ़ाई आ, सारे चक्कर दा ज्ञान, हर चीज दी डिटेल बाबा आपां नूं दस रहे आ। फिर आपां कदी कह नहीं सकते बाबा ने पक्षपात कीती। पढ़ाउण वाला भी एक, पढ़ाई भी इक्को ही इम्तिहान आ। इम्तिहान एंड समय ते की होना, एक बाप तो सिवाय कुछ भी याद ना आए। टीचर जानते हैं ये स्टूडेंट कैसा है, सब गैल्प करते रहते हैं, आगे चलकर बहुत कुछ पता लग जाएगा। घड़ी घड़ी तुम ध्यान में चले जाएंगे जैसे शुरू में जाते थे। आप भी समझते रहते हो, बाप भी समझाते रहते हैं। तुम गफलत करते हो, श्रीमत पर नहीं चलते हो। ऐसे चलते चलते आदत पड़ जाती है। भल तुम पूछो शिव बाबा हम आपकी श्रीमत पर चलते हैं। बाबा ਨੂੰ ਜ਼ਰੂਰ ਆਪਣਾ ਕੁਝ ਪਤਾ ਲੱਗਿਆ ਹੋਣਾ। ਬਾਬਾ ਆਪਣੀ ਅਟੈਂਸ਼ਨ ਖਿਚਵਾਉਂਦੇ ਆ, ਹਨਾ, ਤਾਂ ਕਿ ਬੱਚੇ ਅਲਬੇਲੇ ਨਾ ਹੋ ਜਾਣ। ਫਿਰ ਆਪਾਂ ਕੀ ਕਰਨਾ, ਚੈੱਕ ਕਰਨਾ, ਚੇਂਜ ਕਰਨਾ। ਜਦੋਂ ਕਦੀ ਵੀ ਲੱਗੇ ਵਿਅਰਥ ਆ ਰਿਹਾ, ਮਨ ਕਾਬੂ 'ਚ ਨਹੀਂ ਆ ਰਿਹਾ, ਉਹਦੀ ਦਵਾਈ ਕੀ ਆ, ਮੁਰਲੀ ਨੂੰ ਪੜੋ। ਜੇ ਆਪਾਂ ਕਹੀਏ ਉਸ ਵੇਲੇ ਯੋਗ ਲਾਈਏ, ਉਸ ਵੇਲੇ ਯੋਗ ਨਹੀਂ ਲੱਗਦਾ। ਫਿਰ ਕੀ ਕਰਨਾ, ਬਾਬਾ ਦੀ ਮੁਰਲੀ ਨੂੰ ਪੜਨਾ। ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਹੀ ਦੇਖਿਓ ਸਾਨੂੰ ਕੋਈ ਨਾ ਕੋਈ ਚੀਜ਼ ਟੱਚ ਕਰੂਗੀ। ਫਿਰ ਆਪਾਂ ਨੂੰ ਕਦੀ ਅੰਤ ਸਮੇਂ ਪਛਤਾਉਣਾ ਨਹੀਂ ਪਊਗਾ। ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ ਨਾ ਸਾਡੀ ਕਿੰਨੀ ਬੈਟਰੀ ਚਾਰਜ ਹੋਈ ਆ। ਜਿੱਦਣ ਆਪਾਂ ਮਿਹਨਤ ਕਰਦੇ ਹਾਂ, ਆਪਣੇ ਤੇ ਕੰਮ ਕਰਦੇ ਹਾਂ, ਸ਼ਾਮ ਨੂੰ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਕਿ ਕੋਈ ਪ੍ਰਾਪਤੀ ਹੋਈ। ਤੇ ਜਿੱਦਣ ਬੁੱਧੀ ਆਪਾਂ ਸੰਸਾਰ ਵਿੱਚ ਘੁਮਾ ਦਿੰਨੇ ਆ, ਸੰਸਾਰ ਦੀਆਂ ਬਾਤਾਂ ਆਤਮਾ ਨੂੰ ਥਕਾਉਂਦੀਆਂ, ਫਿਰ ਪਤਾ ਲੱਗਦਾ ਹਾਂ ਸਾਨੂੰ ਘਾਟਾ ਪਿਆ। बाबा बता देंगे तुम नहीं चलते हो तब तुम्हारी तकदीर ऐसे दिखाई पड़ती है। समझा जाता है अब अभी दशा खराब है, आगे चलकर खुल भी जाए। कोई काम के हल्के नशे में गिरते हैं। भारत पावन था, श्रेष्ठाचारी था, जो अब भ्रष्टाचारी है। उन श्रेष्ठ देवताओं की महिमा तो है ना। बाप कहते हैं ये है ही असुरी संप्रदाय। मैं आया हूं देवी संप्रदाय स्थापन करने। ये देवी देवता धर्म है ऊंच ते ऊंच। बाप ही पतित पावन है, परंतु मनुष्य कुछ भी समझते नहीं है। बाबा ने पहला किया ना, बाप साडे लई आलना बनाउंदे आ, सतयुगी दुनिया दी स्थापना करदे। जो देवी देवतियां दी अज दिन तक आपां महिमा करदे आए आ, उन्हां नूं बनाउण वाला कौन आ? परमात्मा इस वेले बना रहे आ। कौन बन रहे आ? आपां बाबा दे बच्चे ना। बाबा फर्क दसदे आ कि पहला दैवी संप्रदाय सी, हुण असुरी बन गए आ, बाबा फिर तो सानू बना रहे आ। जो भी धर्म स्थापन करने आते हैं पवित्र जरूर बनते हैं। हर एक बात में अच्छे और बुरे होते हैं। पवित्र किया साडी मन बुद्धि,
ਮਨ ਵਿੱਚ ਹਰ ਵੇਲੇ ਸ੍ਰੇਸ਼ਟ ਸੰਕਲਪ, ਸ਼ੁੱਧ ਸੰਕਲਪ ਹੋਣ ਤੇ ਬੁੱਧੀ ਵਿੱਚ ਕੀ ਆ, ਪਾਸਟ ਦੀ ਕੋਈ ਰਿਕਾਰਡਿੰਗ ਨਾ ਹੋਵੇ। ਬੁੱਧੀ ਵਿੱਚ ਉਹ ਸੱਚੇ ਰਤਨ ਹੋਣ ਜੋ ਬਾਬਾ ਨੇ ਦੱਸਿਆ ਆ, ਕਿਸੇ ਨਾਲ ਕਿੱਦਾਂ ਵਿਵਹਾਰ ਵਿੱਚ ਆਉਣਾ, ਕੀ ਦੇਖਣਾ, ਕੀ ਬੋਲਣਾ, ਕੀ ਸੁਣਨਾ, ਬਸ ਇਹ ਸੱਚੀਆਂ ਸੱਚੀਆਂ ਗੱਲਾਂ ਹੋਣ। ਨਹੀਂ ਤਾਂ ਆਪਾਂ ਕੀ ਆ, ਇਸ ਵੇਲੇ ਆਪਾਂ ਕੀ ਕਰਦੇ, ਕੋਈ ਬਾਤ ਆਈ, ਕਿਸੇ ਨੂੰ ਆਪਾਂ ਮਿਲਦੇ ਆ, ਪਾਸਟ ਦੀਆਂ ਬਾਤਾਂ ਯਾਦ ਆ ਜਾਂਦੀਆਂ ਨਾ, ਇਹ ਤਾਂ ਇਦਾਂ ਦਾ ਆ, ਇਹਨੇ ਆਹ ਬੋਲਿਆ ਸੀ, ਆਹ ਕਿਹਾ ਸੀ, ਉਹ ਸਾਰੀ ਲਾਈਨ ਲੱਗ ਜਾਂਦੀ ਆ। ਪਰ ਜਿੰਨਾ ਜਿੰਨਾ ਬਾਬਾ ਨੂੰ ਯਾਦ ਕਰਦੇ ਆ, ਆਪਣੀ ਬੁੱਧੀ ਉਹ ਕਲੀਨ ਹੋਈ ਜਾਂਦੀ। ਪਾਸਟ ਵਾਲਾ ਉਹਦਾ ਆਪਾਂ ਨੂੰ ਯਾਦ ਤਾਂ ਰਹਿੰਦਾ ਪਾਸਟ ਵਿੱਚ ਕੀ ਹੋਇਆ ਸੀ, ਪਰ ਉਹਦਾ ਅਸਰ ਨਹੀਂ। बाबा कहते हर एक बात में अच्छे और बुरे होते हैं, कम तकदीर और अच्छी तकदीर वाले हैं। अब ये रावण राज्य खत्म होना है, इस रावण की नगरी को आग लगनी है। रावण की आ 5 विकार, जिद्दां पहला आया सी ना कि पैसिਆਂ ਦਾ ਹੋਇਆ ਸੀ 500,000 ਇਦਾਂ ਕੁਛ ਕਿ ਇੰਡੀਆ ਦੇ ਉਹ ਪੈਸੇ ਨਹੀਂ ਚੱਲਣੇ, ਹੈਨਾ। ਇਦਾਂ ਹੀ ਹੁਣ ਸਮਾਂ ਪਰਿਵਰਤਨ ਹੋ ਰਿਹਾ, ਕਲਯੁਗ ਤੋਂ ਸਤਯੁਗ ਆ ਰਿਹਾ, ਇਹ 5 ਵਿਕਾਰ ਉੱਥੇ ਚੱਲਣੇ ਨਹੀਂ, ਹੈਨਾ। ਹਰ ਇੱਕ ਨੂੰ ਵਿਰਾਗਿਆ ਆਊਗਾ ਕਿ ਵਿਕਾਰ ਛੱਡੋ, ਪਰ ਛੱਡਣ ਦੀ ਤਾਕਤ ਨਹੀਂ ਹੋਊਗੀ। ਆਪਾਂ ਵੀ ਇਸ ਵੇਲੇ ਕਿੰਨੀ ਟਰਾਈ ਕਰਦੇ, ਕ੍ਰੋਧ ਨਹੀਂ ਕਰਨਾ, ਬਾਬਾ ਨਾਲ ਯੋਗ ਲਾਉਂਦੇ ਆ, ਫਿਰ ਆਤਮਾ 'ਚ ਤਾਕਤ ਭਰਦੀ ਆ। ਸੰਸਕਾਰ ਪਰਿਵਰਤਨ ਕਰਨੇ ਨਾ, ਤੇ ਬਾਬਾ ਕਹਿੰਦੇ ਅੱਗੇ ਇਹ ਸਾਰੀਆਂ ਚੀਜ਼ਾਂ ਖਤਮ ਹੋਣੀਆਂ। तुम राम की सेना बैठे हो, जो इस धर्म के होंगे वह समझते जाएंगे, नंबरवार समझते हैं। कोई को एक ही तीर जनक मुआफिक लगने से सरेंडर हो जाते हैं। वह कोई भी बहाना नहीं करेंगे, बहाना इसमें चल ना सके। देखो बहाना ਆਪਾਂ ਤਾਂ ਕਰਾਂਗੇ ਜੇ ਆਪਾਂ ਨੂੰ ਸਮਝ ਨਹੀਂ ਲੱਗਦੀ, ਹੈਨਾ। ਜਦੋਂ ਆਪਾਂ ਨੂੰ ਸਮਝ ਲੱਗ ਗਈ ਸਾਡੇ ਕਿਹੜੇ ਸੰਸਕਾਰ ਆ, ਆਪਾਂ ਕਹਿੰਦੇ ਬਾਬਾ ਜੋ ਤੁਸੀਂ ਕਹਿੰਦੇ ਨਾ ਉਹ ਠੀਕ ਆ, ਫਿਰ ਆਪਾਂ ਕਦੀ ਆਰਗਿਊ ਨਹੀਂ ਕਰਦੇ ਬਾਬਾ ਨਾਲ। ਇਹ ਨਹੀਂ ਕਹਿੰਦੇ ਬਾਬਾ ਤੁਹਾਨੂੰ ਨਹੀਂ ਪਤਾ, ਇਹ ਕਲਯੁਗੀ ਦੁਨੀਆ ਨਾ, ਥੋੜਾ ਤਾਂ ਇਦਾਂ ਕਰਨਾ ਪੈਂਦਾ, ਨਹੀਂ। ਆਪਣੀ ਬੁੱਧੀ ਦਾ ਹੰਕਾਰ ਛੱਡ ਕੇ ਜੋ ਬਾਬਾ ਕਹਿੰਦੇ ਉਹ ਕਰਨ ਲੱਗ ਪੈਂਦੇ, ਉਹਦਾ ਟੇਸਟ ਆਉਣ ਲੱਗ ਪੈਂਦਾ, ਫਿਰ ਕਿਤੇ ਮਿਹਨਤ ਨਹੀਂ। ਇੱਕ ਵਾਰੀ ਨਿਸ਼ਚੈ ਹੋ ਗਿਆ ਕੌਣ ਸਾਨੂੰ ਪੜ੍ਹਾ ਰਿਹਾ, ਸਾਨੂੰ ਪ੍ਰਾਪਤੀਆਂ ਕਿੰਨੀਆਂ ਉੱਚੀਆਂ ਹੋ ਰਹੀਆਂ, ਫਿਰ ਹਾਂ ਕਦੀ ਆਪਣੇ ਸੰਸਕਾਰ ਆਪਾਂ ਨੂੰ ਧੋਖਾ ਦੇਣਗੇ, ਪਰ ਫਿਰ ਆਪਣਾ ਪੁਰਸ਼ਾਰਥ ਚੱਲੂਗਾ ਕਿ ਨਹੀਂ ਇਸ ਸੰਸਕਾਰ ਨੂੰ ਚੇਂਜ ਕਰਨਾ। बाबा कहते परंतु माया के तूफान भी बहुत आते हैं, अपने घराने को ही भुला देते हैं कि हम ईश्वरीय संतान हैं। तो बच्चों को बहुत मीठा बनना है, काम का जरा भी नशा नहीं चाहिए। बाबा ਆਪਾਂ ਨੂੰ ਹਰ ਗੱਲ ਦੀ ਕਲੈਰਿਟੀ ਦਿੰਦੇ। ਬਾਬਾ ਕਿਦਾਂ ਧਰਮਰਾਜ ਬਣ ਕੇ ਆਪਾਂ ਨੂੰ ਦੱਸਦੇ ਵੀ ਆ ਕਿ ਜੇ ਨਾ ਪੁਰਸ਼ਾਰਥ ਕੀਤਾ ਸਜ਼ਾ ਵੀ ਖਾਣੀ ਪੈਣੀ ਆ, ਪਰ ਕਿੰਨਾ ਸਲੀਕੇ ਨਾਲ ਬਾਬਾ ਦੱਸਦੇ, ਸਭਿਅਤਾ ਦੇ ਨਾਲ, ਹਨਾ। ਤੇ ਬਾਬਾ ਕਹਿੰਦੇ ਇਦਾਂ ਦੇ ਮਿੱਠੇ ਬਣੋ। ਜੋ ਸੱਚਾਈ ਆ, ਜਦੋਂ ਆਪਾਂ ਸੱਚਾਈ ਨੂੰ ਵੀ ਪਿਆਰ ਨਾਲ ਕਹਿੰਦੇ, ਦੂਜੇ ਦੇ ਭਲੇ ਲਈ ਕਹਿੰਦੇ ਆ, ਫਿਰ ਉਹ ਗੱਲ ਕੌੜੀ ਨਹੀਂ ਲੱਗਦੀ, ਹਨਾ। ਇਹ ਨਹੀਂ ਬਾਬਾ ਕਹਿੰਦੇ ਕਿ ਹਾਂ ਮੁਖ ਤੋਂ ਮਿੱਠੇ, ਮੁਖ ਤੋਂ ਮਿੱਠੇ ਤਾਂ ਆਪਾਂ ਸਾਰੇ ਹੀ ਆ। ਆਪਣੀ ਸੱਚੀ ਭਾਵਨਾ ਹਰ ਇੱਕ ਦੇ ਲਈ ਇੰਨੀ ਸ਼ੁਭ ਹੋ ਜਾਵੇ ਕਿ ਬਾਬਾ ਕਹਿੰਦੇ ਉਹ ਸੱਚਾ ਮਿੱਠਾ ਬਣਨਾ। काम का जरा भी नशा नहीं चाहिए, काम बड़ा ही महाशत्रु है, यही सबसे बड़ी भारी परीक्षा है। बाबा कहते बच्चे इकट्ठे रह पवित्र बनकर दिखाओ, बाप बच्चों की अवस्था को जानते हैं। ਆਪਾਂ ਬਾਬਾ ਦੀ ਮੁਰਲੀ ਜਦੋਂ ਸੁਣਦੇ ਆ ਕੇਸ ਅਵੇਅਰਨੈਸ ਵਿੱਚ ਸੁਣਦੇ ਆ, ਜੇ ਆਪਾਂ ਕਲਯੁਗੀ ਬਣ ਕੇ ਸੁਣਦੇ ਆ ਫਿਰ ਹਰ ਗੱਲ ਆਪਾਂ ਨੂੰ ਰੋਂਗ ਲੱਗੂਗੀ ਕਿ ਨਹੀਂ ਇਹ ਹੋ ਨਹੀਂ ਸਕਦੀ। ਤੇ ਜੇ ਆਪਾਂ ਇਸ ਅਵੇਅਰਨੈਸ ਵਿੱਚ ਸੁਣਦੇ ਆ ਮੈਂ ਆਤਮਾ ਪਰਮਾਤਮਾ ਦਾ ਬੱਚਾ ਆ, ਅਸੀਂ ਸਤਯੁਗ ਦੇ ਦੇਵੀ ਦੇਵਤਾ ਸੀਗੇ ਫਿਰ ਤੋਂ ਬਣ ਰਹੇ ਆ, ਫਿਰ ਇਹ ਸਾਰੀਆਂ ਗੱਲਾਂ ਆਪਾਂ ਨੂੰ ਲੱਗਦੀਆਂ ਈਜ਼ੀ ਆ। ਇਹ ਹੀ ਹੋਣਾ ਚਾਹੀਦਾ ਜੋ ਬਾਬਾ ਕਹਿੰਦੇ ਆ। ਇਸੇ ਅਵੇਅਰਨੈਸ ਵਿੱਚ ਆਪਾਂ ਸੁਣ ਰਹੇ ਨਾ। बाबा कहते बाप बच्चों की अवस्था को जानते हैं, निश्चय बुद्धि वाले बाप को अपना समाचार देंगे कि बाबा मैं आपको याद करता हूँ, ये आपकी सेवा करता हूँ, सर्विस का समाचार लिखें तब विश्वास रखूं। रोज सारे बाबा ਨੂੰ ਲਿਖ ਦੇਣਾ ਰਾਤ ਨੂੰ ਚਿੱਠੀ, ਆਮ ਸ਼ੋਰ ਸਾਰੇ ਸਕਾਸ਼ ਦਿੰਦੇ ਆ। ਮਾਨਸਾ ਸੇਵਾ ਤਾਂ ਸਾਰੇ ਕਰਦੇ ਨਾ ਕਿ ਆਪਾਂ ਗਲੋਬ ਨੂੰ ਸਕਾਸ਼ ਦਿੰਦੇ ਆ, ਕੋਈ ਬਿਮਾਰ ਆ, ਸੰਸਾਰ ਵਿੱਚ ਕਿਤੇ ਕੋਈ ਕੁਝ ਵੀ ਹੋ ਰਿਹਾ ਆਪਾਂ ਸਾਰੇ ਸਕਾਸ਼ ਦਿੰਦੇ ਆ। ਬਾਬਾ ਨੂੰ ਲਿਖੋ ਰਾਤ ਨੂੰ, ਬਾਬਾ ਇਹਨਾਂ ਆਤਮਾਵਾਂ ਨੂੰ ਅਸੀਂ ਸਕਾਸ਼ ਦਿੱਤੀ, ਸਰਵਿਸ ਕੀਤੀ, ਅਸੀਂ ਬਾਬਾ ਦੇ ਸਰਵਿਸੇਬਲ ਬੱਚੇ ਆ। बाबा कहते सर्विस का सबूत दिखाए तब बाबा समझे इसमें उम्मीद अच्छी दिखाई पड़ती है। और फिर ये भी समझना चाहिए कि बाबा अकेला है, हम बच्चे बहुत हैं, ऐसे नहीं,
ਬਾਬਾ ਕੋ ਰੋਜ਼ ਰੋਜ਼ ਰਿਸਪੌਂਸ ਦੇਣਾ ਪੜੇਗਾ, ਹਨਾ। ਬਾਬਾ, ਇੱਕ ਬਾਬਾ ਆ, ਅਸੀਂ ਇੰਨੇ ਜਣੇ ਆ। ਬਾਬਾ ਕਹਿੰਦੇ ਏਦਾਂ ਨਾ ਸੋਚੋ ਕਿ ਬਾਬਾ ਰੋਜ਼ ਸਾਨੂੰ ਚਿੱਠੀ ਲਿਖੂਗਾ। ਰੋਜ਼ ਦੀ ਮੁਰਲੀ ਕੀ ਆ? ਪਾਪਾ ਦਾ ਰਿਸਪੌਂਸ ਆ। नहीं, बाप है ही गरीब निवाज, दान गरीब को दिया जाता है। ये भारत खंड गरीब है, भारत ही शाहूकार से गरीब हुआ है। ये किसको भी पता नहीं पड़ता है। ਭਾਰਤ ਕਿੱਦਾਂ ਗਰੀਬ ਹੋਇਆ? ਇੱਕ ਤਾਂ ਹੈਗਾ ਫਿਜ਼ੀਕਲ ਲੈਵਲ ਤੇ, ਜੋ ਫਾਈਨੈਂਸ਼ੀਅਲ ਆ ਉਹਦੇ ਤੌਰ ਤੇ ਗਰੀਬ ਹੋ ਜਾਣਾ। ਭਾਰਤ ਬਾਬਾ ਕਹਿੰਦੇ ਆ ਗੋਲਡਨ ਏਜ ਨੂੰ, ਜੋ ਗੋਲਡਨ ਏਜ ਵਿੱਚ ਆਤਮਾਵਾਂ ਸੀ ਉਹ ਕਿੰਨੀਆਂ ਮੈਲੀਆਂ ਕੰਗਾਲ ਹੋ ਗਈਆਂ। ਉਸ ਆਧਾਰ ਤੇ ਬਾਬਾ ਕਹਿੰਦੇ ਭਾਰਤ ਗਰੀਬ ਹੋ ਗਿਆ। ਜੋ ਗੋਲਡਨ ਏਜ ਦੀਆਂ ਆਤਮਾਵਾਂ ਸੀ ਗੁਣਾ ਸ਼ਕਤੀਆਂ ਨਾਲ ਭਰਪੂਰ ਸੀ, 16 ਕਲਾ ਸੰਪੂर्ण ਸੀਗੀਆਂ, ਤੇ ਕਲਯੁਗ ਦੇ ਅੰਤ ਤੇ ਆਣ ਕੇ ਕੌੜੀ ਤੁਲਿਆ ਹੋ ਗਏ। ये भारत ही अविनाशी खंड है, जहां भगवान अवतार लेते हैं। भारत सोने की चिड़िया था, अर्थात सर्व सुखों का भंडार था, जिस सुखधाम में जाने के लिए हम सब पुरुषार्थ कर रहे हैं। अच्छा, मीठे मीठे सिक्की लदे बच्चों प्रति माता पिता बाप दादा का याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार, गुड मॉर्निंग और नमस्ते बाबा। थैंक यू बाबा। धारणा के लिए मुख्य सार, कोई भी बहाना ना कर बाप की श्रीमत पर चलते रहना है, सर्विस का सबूत देना है। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਥੋੜੀ ਦੇਰ ਪਹਿਲਾਂ ਮੁਰਲੀ ਆਈ ਸੀ। ਬਾਬਾ ਕਹਿੰਦੇ ਜਦੋਂ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰਦੇ ਆ, ਇਹ ਵੀ ਸਰਵਿਸ ਹੋ ਜਾਂਦੀ ਆ। ਕੋਈ ਵੀ ਸਰਵਿਸ ਨਾ ਮਿਲੇ, ਇਹ ਤਾਂ ਆਪਾਂ ਸਰਵਿਸ ਕਰ ਸਕਦੇ ਨਾ ਕਿ ਮੈਂ ਆਤਮਾ ਆ, ਆਪਣੀ ਅਵੇਅਰਨੈਸ ਵਿੱਚ ਰਹਿਣਾ, ਤੇ ਫਿਰ ਕੋਈ ਨਾ ਕੋਈ ਆਪਾਂ ਸਨਮਾਨ ਲੈ ਸਕਦੇ ਆ। ਆਈ ਥਿੰਕ 2 ਵੀਕ ਪਹਿਲਾਂ ਬਾਬਾ ਨੇ ਕਿਹਾ ਸੀ ਹਰ ਰੋਜ਼ ਕੋਈ ਆਪਣੇ ਲਈ ਸਨਮਾਨ ਲੈ ਕੇ ਰੱਖੋ। ਮੈਂ ਸ੍ਰੇਸ਼ਟ ਆਤਮਾ ਆ, ਮੈਂ ਵਿਜਈ ਆਤਮਾ ਆ, ਮੈਂ ਵਿਘਨ ਵਿਨਾਸ਼ਕ ਆ। ਕੋਈ ਵੀ ਆਪਣੇ ਲਈ ਸਨਮਾਨ ਲੈ ਕੇ ਉਹਦੀ ਅਵੇਅਰਨੈਸ ਵਿੱਚ ਰਹੋ, ਫਿਰ ਸਾਰਾ ਦਿਨ ਪੁਰਸ਼ਾਰਥ ਈਜ਼ੀ ਰਹੂਗਾ ਨਾ, ਫਿਰ ਕੋਈ ਬਹਾਨਾ ਨਹੀਂ। सेकंड या हम ईश्वरीय संतान है, हमारा ऊंचते ऊंच घराना है, ये भूलना नहीं है। कहते ना किहड़े कुल नूं असीं बिलोंग करते हैं, किहड़े परिवार नूं असीं बिलोंग करते हैं। आपां कौन आ? ईश्वरीय संतान। संसार च कह दिंदे ना किहदे बच्चे आ, असीं किहदे बच्चे आ? परमात्मा दे। परमात्मा डायरैक्ट साडी पालना कर रहे आ। ਜਦੋਂ ਆਪਾਂ ਇਸ ਅਵੇਅਰਨੈਸ ਵਿੱਚ ਆ, ਫਿਰ ਨਾ ਤਾਂ ਕਿਸੇ ਨੂੰ ਆਪਾਂ ਦੁੱਖ ਦੇ ਸਕਦੇ ਆ, ਨਾ ਆਪਾਂ ਮਨ ਵਿੱਚ ਕਿਸੇ ਲਈ ਬੈਡ ਸੰਕਲਪ ਕਰ ਸਕਦੇ ਆ। ਬਾਹਰੀ ਤੌਰ ਤੇ ਤਾਂ ਆਪਾਂ ਬਾਬਾ ਦੇ ਬੱਚੇ ਬਿਲਕੁਲ ਕੁਛ ਨਹੀਂ ਕਰਦੇ, ਪਰ ਆਪਣੀ ਪ੍ਰੈਕਟਿਸ ਆ ਆਪਣੇ ਮਨ ਨੂੰ ਵੀ ਇੱਕਦਮ ਕਲੀਨ ਕਰ ਲੈਣਾ ਨਾ। ਨਿਸ਼ਚੈ ਬੁੱਧੀ ਬਣਨਾ ਔਰ ਬਣਾਣਾ ਹੈ। ਜੇ ਆਪੂ ਨੂੰ ਪੂਰਾ ਨਿਸ਼ਚੈ ਆ, ਕੌਣ ਆਇਆ, ਕੌਣ ਸਾਨੂੰ ਰੋਜ਼ ਇੰਨੀ ਸੋਹਣੀ ਪੜ੍ਹਾਈ ਪੜਾਉਂਦਾ ਆ, ਫਿਰ ਆਪਾਂ ਜਦੋਂ ਦੂਸਰੇ ਨੂੰ ਵੀ ਦੱਸਦੇ ਆ, ਉਹਨਾਂ ਨੂੰ ਵੀ ਨਿਸ਼ਚੈ ਹੋਊਗਾ। ब्लेसिंग या श्रेष्ठ सम्मान की सीट पर रह, सर्व को सम्मान देने वाले सर्व के माननीय भव। सम्मान ना सैल्फ रिस्पैक्ट। ਅੱਜ ਦਿਨ ਤੱਕ ਆਪਾਂ ਸੈਲਫ ਰਿਸਪੈਕਟ ਕੀ ਮੰਨਦੇ ਸੀਗੇ? ਜੋ ਬਾਹਰ ਤੋਂ ਸਾਨੂੰ ਪ੍ਰਾਪਤੀਆਂ ਹੋਈਆਂ ਉਹਦੇ ਆਧਾਰ ਤੇ, ਸਾਡੀ ਆਹ ਕੁੱਲ ਆ, ਸਾਡਾ ਆਹ ਪਦ ਪੋਜੀਸ਼ਨ ਆ, ਸਾਡੀ ਕੁਆਲੀਫਿਕੇਸ਼ਨ ਆਹ ਆ, ਹਨਾ। ਜੋ ਜੋ ਸਾਨੂੰ ਪ੍ਰਾਪਤੀਆਂ ਹੋਈਆਂ ਕਿ ਸਾਨੂੰ ਕੋਈ ਉਹਦਾ ਮਾਣ ਦੇਵੇ ਨਾ, ਕਿ ਸਾਨੂੰ ਕੋਈ ਮੰਨੇ, ਉਹਦੇ ਆਧਾਰ ਤੇ ਸਾਨੂੰ ਕੋਈ ਮਾਣ ਦੇਵੇ, ਉਹਦੇ ਆਧਾਰ ਤੇ ਆਪਾਂ ਆਪਣੇ ਆਪ ਨੂੰ ਪਾਵਰਫੁਲ ਫੀਲ ਕਰਦੇ ਸੀ। ਪਰਮਾਤਮਾ ਨੇ ਆਣ ਕੇ ਸਵੈ ਦਾ ਮਾਣ ਦਿੱਤਾ। ਸਵੈ ਕੌਣ? ਮੈਂ ਆਤਮਾ। ਮੈਂ ਆਤਮਾ ਕੌਣ ਆ? ਮੇਰੀਆਂ ਸ਼ਕਤੀਆਂ ਕੀ ਆ? ਮੈਂ ਆਤਮਾ ਕੀ ਕੁਝ ਕਰ ਸਕਦੀ ਆ? ਪਰਮਾਤਮਾ ਦਾ ਬੱਚਾ ਆ ਤੇ ਫਿਰ ਸਾਡੇ ਕਿੰਨੇ ਉੱਚੇ ਸਨਮਾਨ ਆ। ਬਾਬਾ ਕਹਿੰਦੇ ਏਦਾਂ ਸਦਾ ਆਪਣੇ श्रेष्ठ सम्मान ਦੀ ਸੀਟ ਤੇ ਰਹੋ, सदा अपने श्रेष्ठ सम्मान में स्थित रहकर निर्माण बन सबको सम्मान देते चलो, तो ये देना ही लेना बन जाएगा। ਜਦੋਂ ਆਪਾਂ ਬਾਹਰ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਮਾਣ ਲੈਂਦੇ ਆ, ਉਹ ਹੰਕਾਰ ਪੈਦਾ ਕਰਦਾ। ਜਦੋਂ ਸਵੈ ਦਾ ਮਾਣ ਜੋ ਆਤਮਾ ਆ, ਓਰੀਜਨਲੀ ਆ, ਉਹਦੇ ਸਨਮਾਨ ਵਿੱਚ ਆਤਮਾ ਟਿਕਦੀ ਆ, ਫਿਰ ਆਪਣੇ ਅੰਦਰ ਨਿਰਮਾਣਤਾ ਦਾ ਗੁਣ ਆਉਂਦਾ ਨਾ। ਫਿਰ ਦੂਜੇ ਨੂੰ ਵੀ ਕਰਕੇ ਆਤਮਾ ਭਰਪੂਰ ਆ, ਕੁਛ ਬਾਹਰ ਤੋਂ ਚਾਹੀਦਾ ਨਹੀਂ, ਫਿਰ ਆਪਾਂ ਦੇਣ ਵਾਲੇ ਬਣ ਜਾਂਦੇ। ਫਿਰ ਨਿਰਮਾਣਤਾ ਆਉਂਦੀ ਆ, ਜੋ ਸਾਨੂੰ ਸੁੱਖ ਮਿਲਿਆ ਦੂਜੇ ਨੂੰ ਵੀ ਮਿਲੇ। ਫਿਰ ਦੂਜੇ ਨੂੰ ਮਾਣ ਦੇਣਾ ਆਪਾਂ ਨੂੰ ਔਖਾ ਨਹੀਂ ਲੱਗਦਾ, ਕਿਉਂਕਿ ਕਿਸੇ ਤੋਂ ਕੁਝ ਚਾਹੀਦਾ ਨਹੀਂ। ਬਾਬਾ ਕਹਿੰਦੇ ਹੁੰਦੇ ਜੋ ਭਰਪੂਰ ਹੋਊਗਾ ਉਹ ਝੁਕਿਆ ਆ ਹੋਊਗਾ। ਜੇ ਇਸ ਦਰਖਤ ਨੂੰ ਫਲ ਲੱਗਿਆ ਆ ਹੁੰਦਾ, ਉਹ ਹਮੇਸ਼ਾ ਝੁਕਿਆ ਹੁੰਦਾ। ਕਹਿੰਦੇ ਖਾਲੀ ਘੜਾ ਆ ਉਹ ਛਲਕਦਾ ਆ, ਜੋ ਭਰਿਆ ਆ ਉਹ ਆਵਾਜ਼ ਨਹੀਂ ਕਰਦਾ ਨਾ।
ਜਦੋਂ ਆਤਮਾ ਜੋ ਓਰੀਜਨਲੀ ਆ ਉਸ ਸਥਿਤੀ ਵਿੱਚ ਆਪਾਂ ਟਿਕਦੇ ਆ, ਬਾਹਰ ਤੋਂ ਕੁਝ ਚਾਹੀਦਾ ਨਹੀਂਗਾ, ਫਿਰ ਆਪਾਂ ਦੇਣ ਵਾਲੇ ਬਣ ਜਾਂਦੇ। सम्मान देना अर्थात उस आत्मा को उमंग हुलास में लाकर आगे करना। जे अपने आपां भरपूर होवांगे, आत्मा किद्दां भरपूर हुंदी आ? जदों बार-बार अंदर अभ्यास करदे आ। बाबा ने सानू अज की किहा? बाबा साडे लई सतयुग बना रहे आ, असीं ईश्वरीय संतान आ। ਇਹ ਤਾਂ ਹੁਣ ਆਪਾਂ ਨੂੰ ਪੱਕਾ ਹੋ ਗਿਆ ਨਾ, ਸੰਕਲਪਾਂ ਨਾਲ ਸ੍ਰਿਸ਼ਟੀ ਆ। ਆਪਾਂ ਰੋਜ਼ ਸਿਸਟਰ ਸ਼ਿਵਾਨੀ ਦੀਆਂ ਕਲਾਸਿਸ ਸੁਣਦੇ ਆ। ਜਿੰਨੀ ਆਪਾਂ ਸਾਰਾ ਦਿਨ ਉਹ ਪ੍ਰੈਕਟਿਸ ਕਰਦੇ ਆ, ਤੁਸੀਂ ਦੇਖਿਓ ਫਿਰ ਆਪਾਂ ਨੂੰ ਕਹਿਣਾ ਨਹੀਂ ਪੈਂਦਾ। ਫਿਰ ਆਪਾਂ ਆਟੋਮੈਟਿਕਲੀ ਉਹ ਫੁੱਲਨੈਸ ਦੀ ਫੀਲਿੰਗ 'ਚ ਆ ਜਾਂਦੇ ਆ ਕਿ ਸਾਨੂੰ ਬਾਹਰ ਤੋਂ ਕੁਝ ਨਹੀਂ ਚਾਹੀਦਾ, ਅਸੀਂ ਤਾਂ ਬਹੁਤ ਭਰਪੂਰ ਆ। ਫਿਰ ਆਪਾਂ ਕੋਈ ਦੂਸਰਾ ਹੋਊਗਾ, ਲੋ ਵੀ ਫੀਲ ਕਰਦਾ ਹੋਊਗਾ, ਬਾਬਾ ਕਹਿੰਦੇ ਉਹਨੂੰ ਵੀ ਉਮੰਗ ਉਤਸ਼ਾਹ ਦਿਲਾਓ। सदा सम्मान में रहने से सर्व प्राप्तियां स्वत हो जाएंगी। सम्मान के कारण विश्व सम्मान देगी और सर्व द्वारा श्रेष्ठ मान मिलने के पात्र माननीय बन जाएंगे। ਜਿਹੜੇ ਸੂਰਜ ਬਾਈ ਜੀ ਦੀਆਂ ਕਲਾਸਿਸ ਸੁਣਦੇ ਆ, ਉਹਨਾਂ ਨੂੰ ਇਹ ਪਤਾ ਹੋਣਾ ਨਾ, ਬ੍ਰਦਰ ਕੀ ਕਰਾਉਂਦੇ ਆ? ਸਨਮਾਨਾਂ ਦੀ ਪ੍ਰੈਕਟਿਸ ਕਰਾਉਂਦੇ। ਕੋਈ ਵਿਘਨ ਆ ਗਿਆ, ਕੋਈ ਬਾਤ ਇਦਾਂ ਦੀ ਆ, ਮੈਂ ਮਾਸਟਰ ਸਰਵ ਸ਼ਕਤੀਮਾਨ ਹੂੰ, ਇਹਦੀ ਪ੍ਰੈਕਟਿਸ ਕਰੋ। ਮੈਂ ਵਿਘਨ ਵਿਨਾਸ਼ਕ ਹੂੰ, ਮੈਂ ਪਵਿੱਤਰ ਆਤਮਾ, ਮੈਂ ਖੁਸ਼ਹਾਲ ਆਤਮਾ। ਇਹ ਕੀ ਆ? ਆਪਣੇ ਸਨਮਾਨ ਆ। ਜਦੋਂ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਦੇ ਆ, ਆਤਮਾ ਨੂੰ ਚੇਤਾ ਆਉਂਦਾ ਮੈਂ ਕੌਣ ਆ, ਉਹ ਤਾਕਤ ਭਰਦੀ ਆ। ਫਿਰ ਸਾਨੂੰ ਬਾਹਰ ਤੋਂ ਕੁਝ ਪ੍ਰਾਪਤ ਕਰਨ ਲਈ ਮਿਹਨਤ ਨਹੀਂ ਕਰਨੀ ਪੈਂਦੀ, ਹਨਾ। ਬ੍ਰਦਰ ਕਿੰਨਾ ਸ਼ੇਅਰ ਕਰਦੇ ਆ ਕਿ ਕਿੰਨੀਆਂ ਪ੍ਰੋਬਲਮਸ ਈਜ਼ੀਲੀ ਸੋਲਵ ਹੋ ਜਾਂਦੀਆਂ ਜਦੋਂ ਆਤਮਾ ਨੂੰ ਯਾਦ ਆਉਂਦਾ ਮੈਂ ਕੌਣ ਆ। ਉਹ ਵਾਈਬ੍ਰੇਸ਼ਨਸ, ਪਾਵਰਫੁਲ ਵਾਈਬ੍ਰੇਸ਼ਨਸ ਆਪਣੇ ਤੋਂ ਜਾਂਦੀਆਂ। ਤੇ ਜਿੰਨਾ ਆਪਾਂ ਕਿਸੇ ਨੂੰ ਮਾਨ ਦਿੰਨੇ ਆ, ਬਾਬਾ ਕਹਿੰਦੇ ਉਨਾ ਹੀ ਤੁਸੀਂ ਮਾਨਨੀय ਬਣਦੇ। ਜੋ ਦਿੰਦੇ ਆ ਉਹ ਵਾਪਸ ਆਉਂਦਾ। स्लोगन है, जो सर्व को रिकॉर्ड देता है उसका रिकॉर्ड सबत ठीक हो जाता है। ਬਾਬਾ ਕਹਿੰਦੇ ਹੁੰਦੇ ਰਿਕਾਰਡ ਦਾ ਵੀ ਰਿਕਾਰਡ ਰੱਖੋ, ਹਨਾ। ਅਸੀਂ ਇੱਕ ਇੱਕ ਆਤਮਾ ਨੂੰ ਕਿੰਨਾ ਰਿਕਾਰਡ ਦਿੰਨੇ ਆ। ਜੇ ਆਪਾਂ ਦੇਹ ਦੇਖਦੇ ਆ ਫੇਰ ਰਿਕਾਰਡ ਦੇਣਾ ਔਖਾ ਹੋ ਜਾਂਦਾ, ਪਰ ਜਿੰਨਾ ਕਿਸੇ ਨੂੰ ਆਤਮਾ ਦੇਖਦੇ ਆ, ਪਹਿਲਾਂ ਤਾਂ ਆਪਣੇ ਲਈ ਰਿਕਾਰਡ, ਮੈਂ ਆਤਮਾ ਆ। ਜਦੋਂ ਆਪਣੇ ਸਨਮਾਨ ਦੀ ਸੀਟ ਤੇ ਸੈੱਟ ਹੋਵਾਂਗੇ ਫਿਰ ਕਿਸੇ ਨੂੰ ਦੇ ਸਕਦੇ, ਹਨਾ। ਹਰ ਆਤਮਾ ਦਾ ਰਿਕਾਰਡ ਕਰਨਾ। ਜਦੋਂ ਆਪਾਂ ਰੋਲ ਦੇਖਦੇ ਆ, ਪਦ ਪੋਜੀਸ਼ਨ ਦੇਖਦੇ, ਦੇਹ ਦੇਖਦੇ ਆ, ਆਪਾਂ ਉਸ ਹਿਸਾਬ ਨਾਲ ਕਿਸੇ ਨੂੰ ਰਿਕਾਰਡ ਦਿੰਨੇ ਆ। ਕਿਸੇ ਦੀ ਛੋਟੀ ਜੌਬ ਆ, ਉਹਨੂੰ ਉਸ ਹਿਸਾਬ ਦਾ ਰਿਕਾਰਡ। ਕਿਸੇ ਦੀ ਉੱਚੀ ਜੌਬ ਆ, ਉਹਨੂੰ ਉਸ ਹਿਸਾਬ ਦਾ ਰਿਕਾਰਡ। ਉਹ ਕੀ ਹੋ ਗਿਆ? ਬਾਹਰਲੇ ਤੌਰ ਤੇ ਉਹ ਛੋਟਾ ਮਾਨ ਹੋ ਗਿਆ। ਬਾਬਾ ਕਹਿੰਦੇ ਨਹੀਂ, ਆਤਮਾ ਦਾ ਰਿਕਾਰਡ ਕਰੋ। ਪਾਰਟ ਕਿਸੇ ਦਾ ਕੋਈ ਵੀ ਆ, ਪਰ ਆਤਮਾ ਦਾ ਸਨਮਾਨ ਕਰਨਾ, ਹਨਾ। ਬਾਬਾ ਕਹਿੰਦੇ ਉਸ ਤਰੀਕੇ ਨਾਲ ਹਰ ਇੱਕ ਨੂੰ ਇੰਨਾ ਰਿਕਾਰਡ ਦਿਓ ਕਿ ਸਾਡਾ ਰਿਕਾਰਡ ਬਣ ਜਾਵੇ ਕਿ ਅਸੀਂ ਸਾਰਿਆਂ ਨੂੰ ਰਿਕਾਰਡ ਦਿੱਤਾ ਆ। ਤਾਈਓ ਤਾਂ ਸਤਯੁਗ ਦੇ ਦੇਵੀ ਦੇਵਤਿਆਂ ਦੀ ਇੰਨੀ ਪੂਜਾ ਹੁੰਦੀ ਆ, ਇੰਨਾ ਉਹਨਾਂ ਨੂੰ ਮੰਨਦੇ ਆ। ਦੁਆਪਰ ਵਿੱਚ ਵੀ ਮੂਰਤੀਆਂ ਦੇ ਰੂਪ ਵਿੱਚ ਪੂਜਾ ਹੁੰਦੀ ਆ। ਕਰਕੇ ਆਪਾਂ ਬਾਬਾ ਦੇ ਬੱਚੇ ਇਸ ਵੇਲੇ ਸਾਰੀਆਂ ਆਤਮਾਵਾਂ ਨੂੰ ਇਹ ਰਿਕਾਰਡ ਦੇ ਕੇ ਜਾਂਦੇ ਆ ਨਾ। ਤਾਈਓ ਆਪਾਂ ਪ੍ਰੈਕਟਿਸ ਕਰਦੇ ਗਲੋਬ ਨੂੰ ਸਕਾਸ਼ ਦੇਣ ਦੀ। ਉਦਾਂ ਤਾਂ ਆਪਾਂ ਇੱਕ ਇੱਕ ਨੂੰ ਜਾ ਕੇ ਕਿੱਦਾਂ ਰਿਕਾਰਡ ਦੇਵਾਂਗੇ? ਫਿਰ ਕੀ ਆ? ਆਪਾਂ ਆਪਣੇ ਸੰਕਲਪਾਂ ਨੂੰ ਇੰਨਾ ਪਾਵਰਫੁਲ ਬਣਾਉਂਦੇ ਕਿ ਸਾਰੇ ਵਿਸ਼ਵ ਦੀਆਂ ਆਤਮਾਵਾਂ ਦੇ ਲਈ ਰਿਕਾਰਡ, ਹਰ ਇੱਕ ਨੂੰ ਐਕਸੈਪਟ ਕਰਦੇ, ਹਰ ਇੱਕ ਨੂੰ ਐਪਰੀਸ਼ੀਏਟ ਕਰਦੇ। ਅੱਛਾ, ਆਪਣੀ ਮੁਰਲੀ ਪੂਰੀ ਹੋਈ ਆ। ਥੋੜੀ ਦੇਰ ਸਾਇਲੈਂਸ ਵਿੱਚ ਸਾਰੀ ਮੁਰਲੀ ਨੂੰ ਅੰਦਰ ਸਮਾ ਲੈਂਦੇ, ਧਾਰਨ ਕਰ ਲੈਂਦੇ। ਮਸਤਕ ਤੇ ਦੇਖਦੇ, ਮੈਂ ਚਮਕਦੀ ਹੋਈ ਜੋਤੀ ਆਤਮਾ ਹਾਂ, ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ। ਤੇ ਐਵਰ ਪਿਓਰ ਬਾਬਾ ਦੇ ਸੰਗ ਵਿੱਚ ਰਹਿ ਕੇ ਅਸੀਂ ਆਤਮਾਵਾਂ ਵੀ ਐਵਰ ਪਿਓਰ ਬਣ ਰਹੀਆਂ। ਤੇ ਸਾਡਾ ਰੂਹਾਨੀ ਪਿਤਾ ਸਾਡੇ ਲਈ ਸਤਯੁਗੀ ਸ੍ਰਿਸ਼ਟੀ ਦਾ ਆਲਣਾ ਤਿਆਰ ਕਰ ਰਿਹਾ। ਅਸੀਂ ਈਸ਼ਵਰੀਆ ਸੰਤਾਨ ਆ, ਅਸੀਂ ਬਾਬਾ ਨੂੰ ਬਿਲੋਂਗ ਕਰਦੇ ਆ। ਸਦਾ ਇਸ ਨਿਸ਼ਚੈ ਨਸ਼ੇ ਵਿੱਚ ਰਹਿੰਦੇ ਤੇ ਸਭ ਨੂੰ ਇਹ ਨਿਸ਼ਚੈ ਦਿਵਾਉਂਦੇ ਕਿ ਬਾਪ ਆਇਆ। ਸਨਮਾਨ ਵਿੱਚ ਰਹਿ ਕੇ ਸਭ ਨੂੰ ਮਾਨ ਦਿੰਦੇ ਤੇ ਸਭ ਨੂੰ ਰਿਕਾਰਡ ਦਾ ਰਿਕਾਰਡ ਬਣਾ ਕੇ ਰੱਖਦੇ। ਅੱਛਾ, ਓਮ ਸ਼ਾਂਤੀ। ਥੈਂਕ ਯੂ ਬਾਬਾ, ਥੈਂਕ ਯੂ एवरीवन ਫॉर ਜੁਆਇਨਿੰਗ। ਫਿਰ ਆਪਾਂ ਸ਼ਾਮ ਨੂੰ 6 ਵਜੇ ਮਿਲਦੇ ਆ ਤੇ ਸਵੇਰੇ ਵੀ ਅਨਾਉਂਸਮੈਂਟ